ਬਿਸਮਿਲ੍ਲਾ ਜੀ। ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਮਨ ਲਤੀਫ ਤੇ ਅੱਜ ਸਾਡੇ ਨਾਲ ਮੌਜੂਦ ਨੇ ਸੀਨੀਅਰ ਸਹਾਫੀ ਤੇ ਤਜਜ਼ੀਆਕਾਰ ਜਾਵੇਦ ਇਕਬਾਲ। ਜਾਵੇਦ ਇਕਬਾਲ, ਅੱਜ ਅਸੀਂ ਚਾਹੁੰਦੇ ਹਾਂ ਥੋੜੀ ਜਿਹੀ ਗੱਲ ਅਸੀਂ ਕਰ ਲਈਏ ਕਸ਼ਮੀਰ ਦੀ, ਬਲੋਚਿਸਤਾਨ ਦੀ, ਕੋਇਟੇ ਦੀ, ਜ਼ਿਆਰਤ ਦੀ, ਪਤਾ ਨਹੀਂ ਕਿਹੜੀ ਕਿਹੜੀ ਥਾਂ, ਕਿਉਂਕਿ ਤੁਸੀਂ ਜਿਹੜਾ ਰੀਜਨਲ ਸਹਾਫਤ ਹੈ ਉਹ ਮੈਂ ਸਮਝਦਾ ਉਹ ਹੀ ਵੱਡੀ ਸਹਾਫਤ ਹੈ। ਔਰ ਮੇਰੇ ਨਜ਼ਦੀਕ ਕਿਉਂਕਿ ਜਿਹੜੀ ਯੂਨੀਅਨ ਕੌਂਸਲ ਹੁੰਦੀ ਹੈ ਉਹ ਜਮਹੂਰੀਅਤ ਦੀ ਇਕਾਈ ਹੁੰਦੀ ਹੈ ਤੇ ਅਸੀਂ ਮਰਕਜ਼ ਦੇ ਅਖਬਾਰਾਂ ਨੂੰ ਤਾਂ ਦੇਖਦੇ ਰਹਿੰਦੇ ਹਾਂ। ਮੈਂ ਇਸ ਵਾਸਤੇ ਵੀ ਚਾਹੁੰਦਾ ਸਾਂ ਤੁਸੀਂ ਸਾਡੇ ਨਾਲ ਗੱਲ ਕਰੋ ਕਿ ਜਿਹੜੀ ਰੀਜਨਲ ਜਰਨਲਿਜ਼ਮ ਹੈ ਇਹ ਕਿਤਨੀ ਅਹਿਮੀਅਤ ਦੀ ਹਾਮਲ ਹੈਗੀ ਹੈ ਔਰ ਪੂਰੀ ਦੁਨੀਆ 'ਚ, ਕਿਉਂਕਿ ਅਰਬਨ ਜਿਹੜੇ ਮਾਮਲਾਤ ਹਨ ਜਾਂ ਸ਼ਹਿਰੀ ਜਿਹੜੀ ਸਹਾਫਤ ਹੈ ਉਹਦੀ ਹੋਰ ਰੰਗ ਹੁੰਦਾ ਹੈ। ਜਿਹੜੀ ਦਹੀ ਸਹਾਫਤ ਹੈ ਜਾਂ ਰੀਜਨਲ ਦੀ ਸਹਾਫਤ ਹੈ, ਮਤਲਬ ਜਿਹੜੇ ਤੁਸੀਂ ਡਿਸਟ੍ਰਿਕਟ ਦੀ ਗੱਲ ਕਰਦੇ ਹੋ, ਤਹਿਸੀਲ ਦੀ ਗੱਲ ਕਰਦੇ ਹੋ, ਉਹ ਵੀ ਮੈਂ ਚਾਹੁੰਦਾ ਥੋੜ੍ਹਾ ਜਿਹਾ। ਪਰ ਸਾਡੇ ਨਾਲ ਇੱਥੇ ਕੀ ਹੁੰਦਾ ਤੇ ਨਿੱਕਾ ਸਹਾਫੀ, ਵੱਡਾ ਸਹਾਫੀ, ਫਾਰਨ ਮੀਡੀਆ, ਲੋਕਲ ਮੀਡੀਆ, ਅੰਗਰੇਜ਼ੀ ਮੀਡੀਆ, ਉਰਦੂ ਮੀਡੀਆ, ਇਹ ਵੀ ਇੱਕ ਅਜੀਬ ਤਰ੍ਹਾਂ ਦੀ ਤਬਕਾਤੀ ਕਸ਼ਮਕਸ਼ ਹੈ। ਅੰਗਰੇਜ਼ੀ ਵਾਲੇ ਸਾਨੂੰ ਬੰਦਾ ਨਹੀਂ ਸਮਝਦੇ ਤੇ ਅਸੀਂ ਜ਼ਾਹਿਰ ਹੈ ਪ੍ਰਿੰਟ ਮੀਡੀਆ ਦੇ ਲੋਕ ਹਾਂ। ਇਹ ਸਾਰੀਆਂ ਗੱਲਾਂ ਮੈਂ ਚਾਹੁੰਦਾ ਥੋੜ੍ਹਾ ਜਿਹਾ ਅਸੀਂ ਕਰ ਲਈਏ ਕਿ ਇਹ ਬੰਦਿਆਂ ਲਈ ਕੋਈ ਗੱਲ ਹੈ। ਮਸਲਨ ਅੰਗਰੇਜ਼ੀ ਵਾਲਾ ਜਿਹੜਾ ਕੋਈ ਅਸਮਾਨ ਤੋਂ ਉਤਰਿਆ ਹੁੰਦਾ ਹੈ ਜਾਂ ਫਾਰਨ ਮੀਡੀਆ ਵਾਲਾ ਅਸਮਾਨ ਤੋਂ ਉਤਰਿਆ ਹੁੰਦਾ ਹੈ, ਜੇ ਸਾਨੂੰ ਉਹ ਬੰਦੇ ਹੀ ਨਹੀਂ ਬੰਦੇ ਨਾਮਨਗਾਰਾਂ ਨੂੰ, ਇਹ ਕੀ ਗੱਲ ਹੈ ਜ਼ਰਾ ਦੱਸਣਾ ਸਾਨੂੰ। ਇਹ ਬੜੀ ਸਾਇੰਸ ਹੈ। ਸਭ ਤੋਂ ਪਹਿਲੇ ਜੀ ਬਹੁਤ ਸ਼ੁਕਰੀਆ ਅਮਨ ਲਤੀਫ ਸਾਹਿਬ, ਅੱਜ ਤੁਸੀਂ ਇਸ ਪ੍ਰੋਗਰਾਮ ਦਾ ਇਨਕਾਦ ਕੀਤਾ ਤੇ ਮਿਲ ਬੈਠਣ ਦਾ ਮੌਕਾ ਵੀ ਦਿੱਤਾ, ਗੁਫ਼ਤਗੂ ਸੁਣੀ ਦਾ ਵੀ ਮੌਕਾ ਦਿੱਤਾ ਤੁਸੀਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਅੱਜ ਦਾ ਜਿਹੜਾ ਤੁਸੀਂ ਮੌਜੂ ਰੱਖਿਆ ਹੈ, ਇੱਕ ਤਾਂ ਕਸ਼ਮੀਰ ਦੇ ਇਸ਼ੂ ਨੂੰ ਤੁਸੀਂ ਰੱਖਿਆ ਹੈ, ਕਸ਼ਮੀਰ ਦੇ ਹਵਾਲੇ ਨਾਲ ਮਾਮਲਾਤ ਹਨ, ਉਹ ਚਾਹੇ ਆਜ਼ਾਦ ਕਸ਼ਮੀਰ ਹੈ ਜਾਂ ਇੰਡੀਅਨ ਮਕਬੂਜ਼ਾ ਕਸ਼ਮੀਰ ਹੈ। ਉਸ ਦੇ ਨਾਲ ਤੁਸੀਂ ਰੀਜਨਲ ਸਹਾਫਤ ਦੀ ਗੱਲ ਕੀਤੀ ਹੈ, ਨੈਸ਼ਨਲ ਇੰਟਰਨੈਸ਼ਨਲ ਜਿਹੜੀ ਸਹਾਫਤ ਹੈ ਉਸ ਦੀ ਗੱਲ ਕੀਤੀ ਹੈ। ਤੇ ਸਾਡੇ ਇੱਥੇ ਮਕਾਮੀ ਸਤ੍ਹਾ 'ਤੇ ਤਕਸੀਮ ਕਰ ਦਿੱਤਾ ਗਿਆ ਹੈ ਸਹਾਫਤ ਨੂੰ, ਯਾਨੀ ਰੀਜਨਲ ਨੂੰ, ਨੈਸ਼ਨਲ ਨੂੰ, ਇੰਟਰਨੈਸ਼ਨਲ ਨੂੰ। ਮੈਂ ਸਭ ਤੋਂ ਪਹਿਲੇ ਤਾਂ ਮੇਰਾ ਸਾਡਾ ਜਿਹੜਾ ਉਹ ਹੈ ਪਹਿਲਾ ਪੁਆਇੰਟ ਹੈ ਉਹ ਹੈ ਰੀਜਨਲ ਅਖਬਾਰਾਂ ਦੀ ਅਹਿਮੀਅਤ ਜਾਂ ਰੀਜਨਲ ਮੀਡੀਆ ਦੀ ਅਹਿਮੀਅਤ। ਜੀ, ਸਭ ਤੋਂ ਪਹਿਲੀ ਗੁਜ਼ਾਰਿਸ਼ ਇਹ ਹੈ ਕਿ ਕਿਸੇ ਵੀ ਮੁਲਕ ਵਿੱਚ ਜਿਹੜਾ ਰੀਜਨਲ ਮੀਡੀਆ ਹੁੰਦਾ ਹੈ ਉਸ ਦੀ ਹਰ ਦੌਰ ਵਿੱਚ ਅਹਿਮੀਅਤ ਔਰ ਇਫਾਦੀਅਤ ਰਹਿੰਦੀ ਹੈ। ਉਸ ਦੀ ਬੁਨਿਆਦੀ ਵਜ੍ਹਾ ਇਹ ਹੈ ਕਿ ਜਿਹੜਾ ਰੀਜਨ ਹੈ, ਰੀਜਨ ਦੇ ਅੰਦਰ ਇੰਟਰਨੈਸ਼ਨਲ ਮਾਮਲਾਤ ਨਹੀਂ ਦੇਖੇ ਜਾਂਦੇ। ਉੱਥੇ ਲੋਕਾਂ ਦੇ ਆਪਣੇ ਮਸਾਇਲ ਹਨ, ਲੋਕਾਂ ਦੇ ਲੋਕਲ ਇਸ਼ੂ ਹਨ, ਲੋਕਲ ਗੌਰਮੈਂਟਸ ਦੇ ਇਸ਼ੂ ਹਨ, ਮੁਕਾਮੀ ਸ਼ਹਿਰਾਂ ਦੇ ਜਿਹੜੇ ਇਸ਼ੂਜ਼ ਹਨ, ਉੱਥੇ ਜਿਹੜੇ ਰਹਿਣ ਵਾਲੇ ਲੋਕ ਹਨ ਉਹਨਾਂ ਦੇ ਮਸਾਇਲ ਹਨ। ਰੀਜਨਲ ਅਖਬਾਰ ਜਿਹੜਾ ਮੀਡੀਆ ਹੈ ਉਸ ਦਾ ਬੁਨਿਆਦੀ ਤੌਰ 'ਤੇ ਮਕਸਦ ਇਹ ਹੈ, ਚਾਹੇ ਉਹ ਪ੍ਰਿੰਟ ਮੀਡੀਆ ਹੈ ਜਾਂ ਡਿਜੀਟਲ ਮੀਡੀਆ ਹੈ, ਤੇ ਉਸ ਦਾ ਜਿਹੜਾ ਬੁਨਿਆਦੀ ਮਕਸਦ ਇਹ ਹੁੰਦਾ ਹੈ ਕਿ ਉਹ ਫੋਕਸ ਕਰਦਾ ਹੈ ਆਪਣੇ ਰੀਜਨ ਦੇ ਉੱਤੇ। ਜੀ, ਰੀਜਨ ਦੇ ਲੋਕਾਂ ਨੂੰ ਜਿਹੜਾ ਨਾ ਉਹਨਾਂ ਦੇ ਜਿਹੜੇ ਮਸਾਇਲ ਹਨ ਉਹਨਾਂ ਨੂੰ ਉਜਾਗਰ ਕਰਦਾ ਹੈ, ਉਹਨਾਂ ਦੀ ਜਿਹੜੀਆਂ ਮੁਸ਼ਕਲਾਤ ਹਨ ਜਾਂ ਉਹਨਾਂ ਦੇ ਜਿਹੜੇ ਮਾਮਲਾਤ ਹਨ ਉਹ ਉਹਨਾਂ ਨੂੰ ਹਾਈਲਾਈਟ ਕਰਦਾ ਹੈ। ਇਸ ਵਾਸਤੇ ਇਹ ਹੈ ਕਿ ਕਿਸੇ ਵੀ ਮੁਲਕ ਦੇ ਅੰਦਰ ਰੀਜਨਲ ਜਿਹੜਾ ਮੀਡੀਆ ਹੈ ਉਸ ਦੀ ਅਹਿਮੀਅਤ ਹਰ ਦੌਰ ਵਿੱਚ ਰਹੀ ਹੈ ਤੇ ਇਨਸ਼ਾਅੱਲਾ ਨੈਕਸਟ ਵੀ ਰਹੇਗੀ। ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਾਂ ਕਿ ਜਿਹੜਾ ਸਾਡੇ ਕੋਲ ਇੱਕ ਕਨਸੈਪਟ ਬਣ ਗਿਆ ਹੈ, ਉਹ ਕਨਸੈਪਟ ਇਹ ਹੈ ਜੀ ਕਿ ਰੀਜਨਲ ਅਖਬਾਰਾਤ ਜਾਂ ਰੀਜਨਲ ਮੀਡੀਆ, ਨੈਸ਼ਨਲ ਜਿਹੜੇ ਨਿਊਜ਼ਪੇਪਰਸ ਹੈ ਜਾਂ ਨੈਸ਼ਨਲ ਮੀਡੀਆ ਹੈ, ਉਹ ਉਸ ਦੀ ਮੇਰੇ ਖਿਆਲ ਜੇ ਅਗਰ ਤੁਸੀਂ ਰੀਜਨ ਵਿੱਚ ਜਾਓਗੇ ਤਾਂ ਇਸ ਦੀ ਕੋਈ ਇਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਹੁੰਦੀ ਹੈ। ਰੀਜਨ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਹਨ ਜਾਂ ਜਿਹੜਾ ਰੀਜਨਲ ਮੀਡੀਆ ਹੈ ਉੱਥੇ ਮੀਡੀਆ ਹੀ ਹੈ ਜੀ, ਉਹ ਮੀਡੀਆ ਹੀ ਕਹਿਲਾਂਦਾ ਹੈ। ਉੱਥੇ ਤੁਸੀਂ ਕਿਸੇ ਗਲੀ ਮਹੱਲੇ ਦਾ ਮਸਲਾ ਹੈ, ਕਿਸੇ ਲੋਕਲ ਸਕੂਲ ਦਾ ਮਸਲਾ ਹੈ, ਕਿਸੇ ਹਸਪਤਾਲ ਦਾ ਮਸਲਾ ਹੈ, ਜਦੋਂ ਤੁਸੀਂ ਉਸ ਨੂੰ ਉਜਾਗਰ ਕਰਦੇ ਹੋ, ਚਾਹੇ ਤੁਸੀਂ ਪ੍ਰਿੰਟ ਮੀਡੀਆ ਲੈ ਕੇ ਆਉਂਦੇ ਹੋ ਜਾਂ ਤੁਸੀਂ ਡਿਜੀਟਲ ਮੀਡੀਆ ਉਸ ਦੇ ਅੰਦਰ ਲੈ ਕੇ ਆਉਂਦੇ ਹੋ, ਤੇ ਉਹਨਾਂ ਦਾ ਸਾਰਾ ਫੋਕਸ ਉਸੇ ਦੇ ਉੱਤੇ ਹੁੰਦਾ ਹੈ ਔਰ ਉਹ ਸਮਝਦੇ ਵੀ ਉਸੇ ਨੂੰ ਮੀਡੀਆ। ਕਿਉਂਕਿ ਤੁਸੀਂ ਜਦੋਂ ਮਾਸ਼ਰੇ ਵਿੱਚ, ਸੋਸਾਇਟੀ ਵਿੱਚ ਜਿਨ੍ਹਾਂ ਲੋਕਾਂ ਦੇ ਜਿਹੜੇ ਮਸਾਇਲ ਵਿੱਚ ਫਸੇ ਹੋਏ ਲੋਕ ਹਨ, ਜਿਹੜੇ ਉਲਝੇ ਹੋਏ ਲੋਕ ਹਨ, ਜਦੋਂ ਤੁਸੀਂ ਉਹਨਾਂ ਦੀ ਗੱਲ ਕਰੋਗੇ ਤਾਂ ਤੁਹਾਡੇ ਸਾਹਮਣੇ ਜਾਂ ਉਹਨਾਂ ਦੇ ਸਾਹਮਣੇ ਜਿਹੜਾ ਹੈ ਉਹ ਮੰਜ਼ਰਨਾਮਾ ਉਹੀ ਹੋਏਗਾ ਕਿ ਜਿਹੜਾ ਤੁਸੀਂ ਉਹਨਾਂ ਦੀ ਆਵਾਜ਼ ਦੇ ਜਾਂ ਉਹਨਾਂ ਦੇ ਜਿਹੜੇ ਮਸਾਇਲ ਹਨ ਉਹਨਾਂ ਦੇ ਉੱਤੇ ਤੁਸੀਂ ਆਪਣਾ ਮੌਸਰ ਰੋਲ ਅਦਾ ਕਰਦੇ ਹੋ। ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਾਂ ਕਿ ਨੈਸ਼ਨਲ ਮੀਡੀਆ ਜ਼ਹਿਰ, ਨੈਸ਼ਨਲ ਮੀਡੀਆ ਦੀ ਆਪਣੀ ਇੱਕ ਅਹਿਮੀਅਤ ਹੈ। ਅੱਛਾ, ਨਾਮਾਨਗਾਰਾਂ ਨੂੰ ਬੰਦੇ ਹੀ ਨਹੀਂ ਸਮਝਦੇ ਮਰਕਜ਼ ਵਾਲੇ, ਇਹ ਕੀ ਗੱਲ ਹੈ? ਨੈਸ਼ਨਲ ਪ੍ਰੈਸ ਕਲੱਬ ਜਾਂ ਲਾਹੌਰ ਵਾਲੇ ਜਾਂ ਕਰਾਚੀ ਵਾਲੇ, ਇਹ ਕੀ ਗੱਲ ਹੈ? ਇਹ ਤੁਸੀਂ ਰੌਲਾ ਨਹੀਂ ਪਾਉਂਦੇ ਇਸ ਗੱਲ ਦਾ ਵੀ ਕੀ ਤਰੀਕਾ ਬਈ ਅਸੀਂ ਬੰਦੇ ਨਹੀਂ ਹਾਂ? ਦੇਖੋ ਜੀ, ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਹਾਡਾ ਰੀਜਨ ਹੈ, ਰੀਜਨ ਦੇ ਅੰਦਰ ਵੀ ਮੁਕਾਮੀ ਪ੍ਰੈਸ ਕਲੱਬਸ ਹਨ ਜੀ,
ਮਕਾਮੀ ਪ੍ਰੈਸ ਕਲੱਬ ਦੇ ਅੰਦਰ ਜਿਹੜੀ ਨੁਮਾਇੰਦਗੀ ਹੁੰਦੀ ਹੈ ਬੇਸਿਕਲੀ ਉਹ ਤੁਹਾਡੇ ਮਕਾਮੀ ਨੁਮਾਇੰਦੇ ਦੀ ਹੁੰਦੀ ਹੈ ਜਾਂ ਤੁਹਾਡਾ ਉਹ ਨਾਮਾ ਨਿਗਾਰ ਹੁੰਦਾ ਹੈ। ਉਹੀ ਲੋਕ ਉੱਥੇ ਉਸ ਪ੍ਰੈਸ ਕਲੱਬ ਨੂੰ ਮੈਨੇਜ ਵੀ ਕਰਦੇ ਹਨ ਤੇ ਉਸ ਨੂੰ ਰਨ ਵੀ ਕਰਦੇ ਹਨ ਹਰ ਹਵਾਲੇ ਨਾਲ। ਅੱਛਾ, ਮਕਾਮੀ ਇੰਤਜ਼ਾਮੀਆ ਉਹਨਾਂ ਨੂੰ ਹੀ ਜਾਣਦੀ ਹੈ? ਜੀ ਮਕਾਮੀ ਇੰਤਜ਼ਾਮੀਆ ਉਹਨਾਂ ਨੂੰ ਹੀ ਜਾਣਦੀ ਹੈ। ਅਗਰ ਤੁਸੀਂ ਕਿਸੇ ਰੀਜਨ ਦੇ ਅੰਦਰ ਚਲੇ ਜਾਓਗੇ, ਡੀਸੀ ਕਮਿਸ਼ਨਰ ਦੇ ਕੋਲ ਜਾਓਗੇ ਤੇ ਅਗਰ ਕੋਈ ਨੈਸ਼ਨਲ ਮੀਡੀਆ ਦਾ ਬੰਦਾ ਜਾਏਗਾ ਤਾਂ ਮੇ ਵੀ ਮੁਮਕਿਨ ਹੈ ਉਹ ਤੁਹਾਨੂੰ ਅੱਛੀ ਤਰੀਕੇ ਨਾਲ ਡੀਲ ਕਰੇਗਾ, ਚਾਹ ਪਿਲਾਏਗਾ, ਤੁਹਾਨੂੰ ਵਾਪਸ ਭੇਜ ਦੇਗਾ। ਲੇਕਿਨ ਉਸ ਨੂੰ ਇਹ ਪਤਾ ਹੈ ਕਿ ਜਿਹੜਾ ਲੋਕਲ ਮੀਡੀਆ ਹੈ, ਮੇਰੇ ਸਾਰੇ ਮਾਮਲਾਤ ਲੋਕਲ ਮੀਡੀਆ ਨਾਲ ਹੈ, ਕਿਉਂਕਿ ਮੈਂ ਕੱਲ ਮੇਰੀ ਖਬਰ ਛਪੇਗੀ ਵੀ ਤਾਂ ਉਹਦੇ ਵਜ੍ਹਾ ਤੇ ਰੁਕੇਗੀ, ਉਹਦੀ ਵਜ੍ਹਾ ਨਾਲ ਉਸੇ ਦੀ ਵਜ੍ਹਾ ਤੇ ਰੁਕੇਗੀ। ਇਸ ਵਾਸਤੇ ਹੈ ਕਿ ਇਸ ਹਕੀਕਤ ਨੂੰ ਅਸੀਂ ਬਿਲਕੁਲ ਜਿਹੜਾ ਨਾ ਇਗਨੋਰ ਨਹੀਂ ਕਰ ਸਕਦੇ ਹਾਂ ਕਿ ਰੀਜਨਲ ਅਖਬਾਰਾਂ ਦੀ ਆਪਣੀ ਅਹਿਮੀਅਤ ਹੈ, ਨੈਸ਼ਨਲ ਅਖਬਾਰਾਂ ਦੀ ਜਾਂ ਨੈਸ਼ਨਲ ਮੀਡੀਆ ਦੀ ਆਪਣੀ ਅਹਿਮੀਅਤ ਹੈ, ਔਰ ਇਸੇ ਤਰ੍ਹਾਂ ਜਿਹੜੇ ਇੰਟਰਨੈਸ਼ਨਲ ਇਸ਼ੂਜ਼ ਜਿਹੜੇ ਨੇ ਉਹ ਰੀਜਨ ਦੇ ਨਾਲ ਕਨੈਕਟ ਨਹੀਂ ਕਰਦੇ। ਉਸ ਦੀ ਵਜ੍ਹਾ ਇਹ ਹੈ ਕਿ ਜਦੋਂ ਤੁਸੀਂ ਅਮਰੀਕਾ ਦੀ ਗੱਲ ਕਰਨੀ ਹੈ, ਜਦੋਂ ਤੁਸੀਂ ਬਰੇ ਸਗੀਰ ਦੀ ਗੱਲ ਕਰਨੀ ਹੈ, ਜਦੋਂ ਤੁਸੀਂ ਚਾਈਨਾ ਦੀ ਗੱਲ ਕਰਨੀ ਹੈ, ਬਰਤਾਨੀਆ ਦੀ ਗੱਲ ਕਰਨੀ ਹੈ, ਤੁਸੀਂ ਉਸ ਦਾ ਇੰਪੈਕਟ ਜਿਹੜਾ ਨਾ ਲੋਕਲ ਲੋਕਾਂ ਦੇ ਉੱਤੇ ਨਹੀਂ ਹੋਏਗਾ ਜਿਹੜੇ ਰੀਜਨ ਦੇ। ਉਹਨਾਂ ਨੂੰ ਕੀ ਲੋੜ ਹੈ ਵੀ ਕੀ ਹੁੰਦਾ ਉੱਥੇ ਪਿਆ? ਉਹਨਾਂ ਦਾ ਜਿਹੜਾ ਮਸਲਾ ਹੈ ਉਹ ਬੇਸਿਕਲੀ ਉਹਨਾਂ ਦੇ ਮਕਾਮੀ ਇਸ਼ੂਜ਼ ਹਨ ਜਿਨ੍ਹਾਂ ਨੂੰ ਮਕਾਮੀ ਮੀਡੀਆ ਗਲੀ ਮਹੱਲਾ ਕਬਰਸਤਾਨ ਵਗੈਰਾ ਵਗੈਰਾ। ਅੱਛਾ, ਇੱਕ ਹੋਰ ਗੁਜ਼ਾਰਿਸ਼ ਮੈਂ ਕਰਨੀ ਹੈ, ਰੀਜਨਲ ਮੀਡੀਆ ਨੂੰ ਯਾਰ ਅਖਬਾਰਾਤ ਜਿਹੜੇ ਨੇ ਉਹ ਉਹਨਾਂ ਦੀ ਰੀੜ ਦੀ ਹੱਡੀ ਜਾਂ ਉਹਨਾਂ ਦੀ ਸਾਹ ਲੈਣ ਦੀ ਸੂਰਤ ਜਿਹੜੀ ਇਸ਼ਤਿਹਾਰਾਤ ਹੁੰਦੇ ਨੇ, ਉਹ ਸੂਬੇ ਦੇ ਹੋਣ ਜਾਂ ਮਰਕਜ਼ ਦੇ ਹੋਣ, ਤੇ ਮਰਕਜ਼ ਤੇ ਸੂਬਾ ਤੁਹਾਨੂੰ ਇਸ਼ਤਿਹਾਰ ਕਿਸ ਤਰ੍ਹਾਂ ਦਿੰਦਾ ਹੈ ਔਰ ਕਿਸ ਤਰ੍ਹਾਂ ਲੈਣਾ ਪੈਂਦਾ ਇਸ਼ਤਿਹਾਰ? ਜ਼ੋਰ ਨਾਲ ਸੰਗੀ ਤੇ ਨਹੁੰ ਰੱਖ ਕੇ ਜਾਂ ਕਿਸੇ ਹੋਰ ਤਰੀਕੇ ਨਾਲ? ਇਹਦਾ ਮੈਂ ਚਾਹੁੰਦਾ ਥੋੜੀ ਜਿਹੀ ਟੁੰਡੀ ਵੀ ਵੱਢ ਦਿਓ। ਦੇਖੋ ਜੀ, ਇਸ ਤੋਂ ਇੱਕ ਚੀਜ਼ ਨੂੰ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਾਡੇ ਪਾਕਿਸਤਾਨ ਦੇ ਅੰਦਰ ਜਿਹੜਾ ਨਿਜ਼ਾਮ ਹੈ ਉਸ ਦਾ ਇਹ ਹੈ ਕਿ ਇੱਕ ਹੈ ਤੁਹਾਡਾ ਪ੍ਰੈਸ ਇਨਫੋਰਮੇਸ਼ਨ ਡਿਪਾਰਟਮੈਂਟ ਜੀ, ਜਿਸ ਦੇ ਕੋਲ ਇਖਤਿਆਰ ਇਹ ਹੈ ਕਿ ਉਹ ਜਿਹੜਾ ਤੁਹਾਡਾ ਟੋਟਲ ਮੀਡੀਆ ਹੁੰਦਾ ਹੈ ਉਹਦਾ 25% ਉਹ ਰੀਜਨਲ ਅਖਬਾਰਾਤ ਨੂੰ ਤਕਸੀਮ ਕਰਦਾ ਹੈ। ਠੀਕ ਹੈ। ਇਸੇ ਤਰ੍ਹਾਂ ਜਿਹੜਾ ਲੋਕਲ ਰੀਜਨ ਦੀ ਗੱਲ ਹੈ, ਜਿਸ ਤਰ੍ਹਾਂ ਪੰਜਾਬ ਹੈ, ਪੰਜਾਬ ਦੀ ਲੋਕਲ ਗਵਰਨਮੈਂਟ ਹੈ, ਸੂਬਾਈ ਹੁਕੂਮਤਾਂ ਜਿਹੜੀਆਂ ਨੇ ਉਹਨਾਂ ਦਾ ਆਪਣਾ DGPR ਬਣਿਆ ਹੋਇਆ ਹੈ, ਜਿਹੜਾ ਇੱਕ ਤਾਂ ਮੀਡੀਆ ਨੂੰ ਵੀ ਡੀਲ ਕਰਦਾ ਹੈ, ਮਕਾਮੀ ਲੋਕਲ ਮੀਡੀਆ ਨੂੰ ਜਾਂ ਸੂਬਾਈ ਮੀਡੀਆ ਨੂੰ ਜਾਂ ਰੀਜਨ ਦੇ ਅੰਦਰ। ਉਸੇ ਤਰ੍ਹਾਂ ਉਹ ਜਿਹੜੇ ਇਸ਼ਤਿਹਾਰਾਤ ਦੀ ਤਕਸੀਮ ਵੀ ਹੈ ਉਹ ਉਸੇ ਹਿਸਾਬ ਨਾਲ ਕਰਦਾ ਹੈ। ਠੀਕ ਹੈ ਜੀ। ਅਗਰ ਉਹ ਦੇਖੋ ਕਿਸੇ ਰੀਜਨ ਦੇ ਵਿੱਚ ਫਰਜ਼ ਕੇ ਮੁਲਤਾਨ ਹੈ ਤੁਹਾਡਾ, ਮੁਲਤਾਨ ਦੇ ਅੰਦਰ ਇੱਕ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਹੈ ਤੇ ਉਹ ਤੁਹਾਨੂੰ ਮੇਰੇ ਖਿਆਲ ਉਹ ਇਸਲਾਮਾਬਾਦ ਹੀ ਨਹੀਂ ਦੇਣਗੇ, ਉੱਥੇ ਹੀ ਦੇਣਗੇ ਕਿਉਂਕਿ ਰਿਕੁਆਇਰਮੈਂਟ ਉੱਥੇ ਦੀ ਹੈ। ਇਸ ਵਜ੍ਹਾ ਸੂਬਾਈ ਖਾਲਾਂ ਦੀ ਨਹਿਰਾਂ ਦੀ, ਹਾਂ ਬਿਲਕੁਲ, ਸੂਬਾਈ ਜਿਹੜੀ ਹੁਕੂਮਤ ਹੈ ਉਸ ਦਾ ਫੋਕਸ ਇਸੇ ਉੱਤੇ ਹੁੰਦਾ ਹੈ। ਜਿਹੜਾ ਮਰਕਜ਼ ਹੈ ਵਫਾਕ ਜਿਹੜਾ ਹੈ, ਵਫਾਕ ਦੇ ਅੰਦਰ 25% ਜਿਹੜਾ ਕੋਟਾ ਹੈ ਰੀਜਨਲ ਅਖਬਾਰਾਂ ਦਾ, ਉਹਦੇ ਉੱਤੇ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਫਰਜ਼ ਕੀਤਾ ਤੁਹਾਡਾ। ਅੱਛਾ, ਰੇਟ ਸ਼ੇਡ ਵੀ ਚੰਗੇ ਹੁੰਦਾ? ਦੇਖੋ ਰੀਜਨ ਤਾਂ ਆਪਣੇ ਹਿਸਾਬ ਨਾਲ ਹੁੰਦਾ ਨਾ, ਰੀਜਨ ਦਾ ਇੱਕ ਆਪਣਾ ਰੇਟ ਹੁੰਦਾ ਹੈ। ਠੀਕ ਹੈ। ਮੈਟਰੋ ਦਾ ਆਪਣਾ ਰੇਟ ਹੁੰਦਾ ਹੈ, ਉਹ ਉਸ ਹਿਸਾਬ ਨਾਲ। ਇੱਥੇ ਹੁਣ ਜਿਹੜਾ ਨੈਸ਼ਨਲ ਅਖਬਾਰਾਂ ਦਾ ਆਪਣਾ ਮੀਡੀਆ ਹੁੰਦਾ ਹੈ, ਉਸੇ ਮੀਡੀਆ ਦੇ ਵਿੱਚ ਜਿਹੜਾ 25% ਦਾ ਜਿਹੜਾ ਕੋਟਾ ਹੈ ਉਹ ਰੀਜਨਲ ਅਖਬਾਰਾਂ ਦਾ ਹੁੰਦਾ ਹੈ। ਜਿਹੜੇ ਇੱਥੇ ਮੁਖਤਲਿਫ ਨੁਮਾਇੰਦੇ ਨੇ ਅਖਬਾਰਾਂ ਦੇ, ਉਹ ਨੁਮਾਇੰਦੇ ਜਿਹੜੇ ਨੇ ਉਹ ਇੱਥੇ ਨੁਮਾਇੰਦਗੀ ਕਰਦੇ ਨੇ ਆਪਣੇ ਰੀਜਨ ਦੀ, ਆਪਣੇ ਮਕਾਮ ਇਦਾਰੇ ਦੀ। ਉਹ ਫਿਰ ਇੱਥੇ ਬਾਕਾਇਦਾ ਅਪਰੋਚ ਕਰਦੇ ਨੇ ਔਰ ਉਹਨਾਂ ਨੂੰ ਅਕੋਮੋਡੇਟ ਕੀਤਾ ਜਾਂਦਾ ਹੈ। ਅੱਛਾ, ਆਸਾਨੀ ਨਾਲ ਲੱਭ ਜਾਂਦਾ ਇਸ਼ਤਿਹਾਰ ਜਾਂ ਜ਼ੋਰ ਲਾਣਾ ਪੈਂਦਾ ਹੈ? ਜਾਂ ਮੇਰੇ ਖਿਆਲ ਕੋਈ ਇੱਕ ਰੂਟੀਨ ਵਰਕ ਹੈ ਤੁਹਾਡਾ। ਰੂਟੀਨ ਵਰਕ ਕਿਸ ਤਰ੍ਹਾਂ ਵਿਚਲੀ ਗੱਲ ਹੈ, ਆਦਨ ਮੀਡੀਆ ਪਾਓ ਜੀ, ਐਡਵਾਂਸ ਲੈ ਲਓ ਜੀ। ਇਹ ਮੈਂ ਸੱਖਰ ਅਖਬਾਰ ਵਾਲਾ ਸੀ ਇੱਕ, ਕੀ ਉਹਦਾ ਨਾਂ ਸੀ ਅਖਬਾਰ ਦਾ, ਤੇ ਉਹ ਕਲੀਮ, ਉਹ ਐਡਵਾਂਸ ਪੈ ਜਾਂਦਾ ਸੀ ਤੇ ਇੱਥੇ ਗੱਲਾਂ ਲੋਕ ਕਰਦੇ ਸਨ, ਰਾਓ ਤਸੀਨ ਕਰਪਸ਼ਨ ਕੀ ਮਸ਼ੀਨ। ਇਹ ਕੀ ਗੱਲ ਹੈ? ਦੇਖੋ ਜੀ, ਜਿਹੜੀ ਬੁਨਿਆਦੀ ਚੀਜ਼ ਮੈਂ ਤੁਹਾਨੂੰ ਦੱਸਾਂ, ਪਹਿਲੀ ਗੱਲ ਹੈ ਕਿ ਤੁਹਾਡੇ ਕੋਲ ਕਿਸੇ ਚੀਜ਼ ਦਾ ਐਵੀਡੈਂਸ ਹੈ, ਤੁਸੀਂ ਉਸ ਉੱਤੇ ਗੱਲ ਕਰੋ ਜੀ। ਅਗਰ ਕੋਈ ਐਵੀਡੈਂਸ ਨਹੀਂ ਤਾਂ ਮੇਰੇ ਖਿਆਲ ਐਵੇਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜਾ ਬੇਮਾਨੀ ਦੀ ਗੱਲ ਹੈ, ਇਸ ਦਾ ਕੋਈ ਮਕਸਦ ਨਹੀਂ ਬਣਦਾ। ਕਿਸੇ ਪਰਸਨੈਲਿਟੀ ਨੂੰ ਤੁਸੀਂ ਯਾਨੀ ਟਾਰਗੇਟ ਕਰਦੇ ਹੋ ਜਾਂ ਕਿਸੇ ਨੂੰ ਇਸ਼ਤਿਹਾਰ ਲੱਗੇ ਸੀ ਨਾ, ਮੈਂ ਪੜ੍ਹਦਾ ਰਿਹਾ, ਮੈਂ ਇਸ ਗੱਲ ਪਰੇਸ਼ਾਨ ਹੋ ਗਿਆ। ਕਿਸੇ ਇਦਾਰੇ ਨੂੰ ਟਾਰਗੇਟ ਕਰਦੇ ਹੋ। ਇਹ ਇਸ ਦਾ ਤਰੀਕਾਕਾਰ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖੋ ਨਾ, ਡੇਲੀ ਬੇਸਿਸ ਤੇ ਦਫ਼ਤਰ ਆਉਂਦੇ ਹੋ, ਦਫ਼ਤਰ ਆ ਕੇ ਆਪਣੀ ਹਾਜ਼ਰੀ ਲਾਉਂਦੇ ਹੋ, ਆਪਣਾ ਕੰਮ ਕਾਜ ਕਰਦੇ ਹੋ। ਇੱਥੇ ਜਿਹੜੇ ਰੀਜਨਲ ਅਖਬਾਰਾਂ ਦੇ ਨੁਮਾਇੰਦੇ ਨੇ ਉਹਨਾਂ ਦਾ ਕੰਮ ਵੀ ਇਹੀ ਹੈ। ਉਹ ਆਪਣਾ ਪ੍ਰੋਪਰ ਤਰੀਕੇ ਨਾਲ ਆਉਂਦੇ ਨੇ, ਗੱਲ ਕਰਦੇ ਨੇ, ਵਿਜ਼ਿਟ ਕਰਦੇ ਨੇ, ਤਲਕਾ ਅਥਾਰਟੀ ਨੂੰ ਮਿਲਦੇ ਨੇ, ਮਿਲਣ ਤੋਂ ਬਾਅਦ ਆਪਣੀ ਅਟੈਂਡੈਂਸ ਉੱਥੇ ਜਿਹੜਾ ਨਾ ਸ਼ੋਅ ਕਰਦੇ ਨੇ, ਔਰ ਉਸ ਤੋਂ ਬਾਅਦ ਜਿਹੜਾ ਨਾ ਉਹ ਐਜ਼ ਪਰ ਕ੍ਰਾਈਟੇਰੀਆ ਜਿਹੜਾ ਉਹ ਮੁਤਲਕਾ ਡਿਪਾਰਟਮੈਂਟ ਜਿਹੜਾ ਉਹਨਾਂ ਨੂੰ ਇਸ਼ਤਿਹਾਰਾਤ ਜਾਰੀ ਕਰਦਾ ਹੈ। ਅੱਛਾ, ਇਹ ਤਰੀਕਾ ਇੱਕ ਹੋਰ ਵੀ ਹੈ। ਉਹ ਇਸ ਸਾਰੀ ਸੂਰਤ ਹਾਲ 'ਚ ਇੱਕ ABC ਹੁੰਦੀ ਹੈ। ਉਹ ਮੈਂ ਆਪਣਾ ਜ਼ਾਹਿਰ ਹੈ, ਮੈਂ ਮੀਡੀਆ ਪ੍ਰੈਕਟੀਸ਼ਨਰ ਹਾਂ, ਮੇਰੀ ਵੀ ਆਰਸ਼ਾ ਚਿੱਟੀ ਹੋ ਗਈ, ਮੁੱਤਾਂ ਹੀ ਗੁਜ਼ਰ ਗਈਆਂ, ਅਤੇ ਮੇਰਾ ਮੌਕਫ ਇਹ ਹੈ ਕਿ ਕੋਈ ਵੀ ਅਖਬਾਰ ਜੰਗ ਸਮੇਤ, ਡਾਂਸ ਸਮੇਤ ਦਿੱਤੀ ਹੋਏ ABC ਸਰਟੀਫਿਕੇਟ ਦੇ ਮੁਤਾਬਕ ਨਹੀਂ ਛਪਦੇ। ਮੈਂ ਦਾਅਵੇ ਨਾਲ ਕਹਿਣਾ
ਤੁਸੀਂ ਕੀ ਕਹਿੰਦੇ ਹੋ? ਤੇ ਉਹ ਜਿਹੜਾ ਡਿਕਲੇਰੇਸ਼ਨ ਹੁੰਦਾ ਮੈਂ ਆਪੂ ਇੱਕ ਪਰਚੇ ਦਾ ਜਿਹੜਾ ਨਾ ਉਹ ABC ਕਰਵਾਇਆ 90,000 ਦਾ ਤੇ ਛਪਦਾ ਸੀ ਉਹ 15,000। ਇਹ ਜਿਹੜਾ 15,000 ਤੇ 90,000 ਹੋ ਜਾਂਦਾ ਹੈ ਤੇ ਉਹ ਫਿਰ ਸਾਇੰਸਦਾਨ ਜਿਹੜੇ ਹੁੰਦੇ ਨੇ ਮੀਡੀਆ ਮੈਨੇਜਰ ਜਾਂ ਜਿਹੜੇ ਸਰਕੂਲੇਸ਼ਨ ਮੈਨੇਜਰ ਉਹ ਕਿਸ ਤਰ੍ਹਾਂ ਸਾਇੰਸ ਬਣਾਉਂਦੇ ਨੇ, ਵਾਪਸੀ ਲੈਂਦੇ ਨੇ, ਫਿਰ ਆਉਂਦੀ ਹੈ, ਫਿਰ ਜਾਂਦੀ ਹੈ, ਪੂਰੀ ਕਹਾਣੀ ਹੈ। ਇਹ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੇ? ਦੇਖੋ ਜੀ, ਪਹਿਲੀ ਗੱਲ ਇਹ ਹੈ ਕਿ ABC ਜਿਹੜਾ ਨਾ ਅਡਲਟ ਬਿਊਰੋ ਆਫ ਸਰਕੂਲੇਸ਼ਨ, ਉਸ ਦਾ ਇੱਕ ਬਾਜ਼ਾਬਤਾ ਤੌਰ ਤੇ ਪ੍ਰੋਸੀਜਰ ਹੈ। ਪ੍ਰੋਸੀਜਰ ਇਹ ਹੈ, ਉਹ ਪ੍ਰੋਸੀਜਰ ਗਲਤ ਹੈ ਸਹੀ ਹੈ ਇੱਕ ਅਲੱਗ ਹਾਂ, ਉਹ ਇੱਕ ਅਲੱਗ ਨਹੀਂ ਬੈਠ। ਅੱਛਾ, ਲੇਕਿਨ ਜਿਹੜੀ ਮੁਤਲਕਾ ਡਿਪਾਰਟਮੈਂਟ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਤੁਹਾਨੂੰ ਇੱਕ ਪਰਫਾਰਮਾ ਦੇ ਦੇਣ, ਉਹਨੂੰ ਤੁਸੀਂ ਫਿਲ ਕਰਦੇ ਹੋ। ਆ ਫਿਲ ਕਰਕੇ ਤੁਸੀਂ ਉਹਨੂੰ ਜਿਹੜਾ ਕਲੇਮ ਕਰਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਕਰਦੇ ਹੋ। ਠੀਕ ਹੈ, ਉਹ ਬਾਅਦ ਉਹ ਅਸੈਸ ਕਰਦੇ ਨੇ। ਜੀ ਉਹ ਆਪਣੇ ਐਕਸੈਸ ਕਰਦੇ ਨੇ। ਉਹਦੇ ਉੱਤੇ ਮੁਮਕਿਨ ਹੈ ਕਿ ਕਿਸੇ ਨੇ ਅਗਰ 50,000 ਕੀਤੀ ਹੈ ਤਾਂ ਮੁਮਕਿਨ ਹੈ ਕਿਸੇ ਨੂੰ 10,000 ਸ਼ੋ ਕਰਨ ਜਾਂ 5,000 ਸ਼ੋ ਕਰਨ। ਠੀਕ ਹੈ, ਉਹਨਾਂ ਦੀ ਆਪਣੀ ਅਸੈਸਮੈਂਟ ਹੁੰਦੀ ਹੈ। ਉਹ ਉਹਨਾਂ ਦਾ ਜਿਹੜਾ ਆਫੀਸ਼ੀਅਲ ਇੱਕ ਤਰੀਕਾਕਾਰ ਹੈ ਉਸ ਦੇ ਉੱਤੇ ਕਰਦੇ ਨੇ, ਉਸ ਤਰ੍ਹਾਂ ਕਰਦੇ ਨੇ ਚੀਜ਼ਾਂ ਨੂੰ ਜਾ ਕੇ ਬੇਸਿਕਲੀ। ਅੱਛਾ, ਇੱਕ ਤਰੀਕਾ ਹੁੰਦਾ ਔਰ ਉਹਦੇ ਦੇ ਮੁਤਾਬਕ ਹੀ ਉਹ ਸਰਕੂਲੇਸ਼ਨ ਦੇ ਮੁਤਾਬਕ ਹੀ ਤੁਹਾਨੂੰ ਇਸ਼ਤਿਹਾਰ ਮਿਲਦਾ ਤਾਂ ਰੇਟ ਵੀ ਉਹ ਮੁਕਰਰ ਹੁੰਦਾ ਵੈ। ਜਿਹੜਾ ਰੇਟ ਹੈ, ਰੇਟ ਦੇਖੋ ਤੁਹਾਡਾ ਸਰਕੂਲੇਸ਼ਨ ਦੇ ਹਿਸਾਬ ਨਾਲ ਮੁਕਰਰ ਹੁੰਦਾ ਹੈ, ਲੇਕਿਨ ਉਸ ਦੇ ਵਿੱਚ ਇਹ ਹੁੰਦਾ ਹੈ ਕਿ ਰੀਜਨਲ ਅਖਬਾਰਾਂ ਜਿਹੜੇ ਨਾ ਉਹਨਾਂ ਨੂੰ ਪ੍ਰੋਪਰ ਕਾਊਂਟ ਵੀ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਰੇਟ ਵੀ ਮੁਨਾਸਬ। ਗਵਰਨਮੈਂਟ ਨੇ ਇੱਕ ਪਾਲਿਸੀ ਬਣਾਈ ਹੈ ਜੀ, ਬਿਲਕੁਲ ਉਸ ਪਾਲਿਸੀ ਦੇ ਮੁਤਾਬਕ ਉਹ ਸਰਪ੍ਰਸਤੀ ਹੁੰਦੀ ਹੈ ਮੁਕਾਮੀ ਅਖਬਾਰ ਦੀ, ਉਹ ਉਹਨਾਂ ਦਾ ਮੌਕਫ ਉਸੇ ਹਿਸਾਬ ਨਾਲ ਉਸ ਤੋਂ ਕਹਿੰਦੇ ਮੈਟਰੋ ਦਾ ਫਰਜ਼ ਕੀਤਾ ਕਿ ਤੁਹਾਡਾ ਮੈਟਰੋ ਦਾ ਜਿਹੜਾ ਰੇਟ ਹੈ ਉਹ ਰੀਜਨ ਦੇ ਉੱਤੇ ਇੰਪਲੀਮੈਂਟ ਨਹੀਂ ਹੋ ਸਕਦਾ। ਠੀਕ ਹੈ ਜੀ, ਕਿਉਂਕਿ ਰੀਜਨ ਦਾ ਉਹਨਾਂ ਨੇ ਪਹਿਲੇ ਤੋਂ ਗਵਰਨਮੈਂਟ ਨੇ ਕੋਟਾ ਰੱਖਿਆ ਹੈ। ਠੀਕ, ਉਸ ਦੇ ਵਿੱਚ ਇਹਨਾਂ ਨੇ ਰੇਟ ਇਸੇ ਵਜ੍ਹਾ ਤੋਂ ਜ਼ਰਾ ਥੋੜੇ ਠੀਕ ਰੱਖੇ ਨੇ। ਉਸ ਦੀ ਵਜ੍ਹਾ ਇਹ ਕਿ ਰੀਜਨ ਹੈ ਤੇ ਪਿਛਿਆ ਇਲਾਕਾ ਹੈ। ਠੀਕ ਹੈ ਜੀ, ਤੇ ਇਸ ਨੂੰ ਤੁਸੀਂ ਉਸੇ ਹਿਸਾਬ ਨਾਲ ਪਿੱਛੇ ਰਹਿ ਗਿਆ, ਉਹਨੂੰ ਜ਼ਰਾ ਨਾਲ ਉਹਨੂੰ ਹੱਥ ਫੜ ਕੇ ਚੱਲ ਕੇ ਟੁਰ ਰਹੇ ਨੇ। ਅੱਛਾ, ਇਹ ਸੋਸ਼ਲ ਮੀਡੀਆ ਆਉਣ ਨਾਲ, ਯੂਟਿਊਬਰ ਆਉਣ ਨਾਲ ਕੀ ਕੋਈ ਫਰਕ ਪਿਆ ਹੈ ਇਸ ਸਾਰੀ ਸੂਰਤ ਹਾਲ 'ਚ? ਪ੍ਰਿੰਟ ਮੀਡੀਆ ਲੋਕਾਂ ਦੇ ਜੀ ਮਰ ਗਿਆ ਤੇ ਇਹ ਕੀ ਸੂਰਤ ਹਾਲ ਹੋਇਆ? ਦੇਖੋ ਜੀ ਅਹਿਮਦ ਸਾਹਿਬ, ਇੱਕ ਗੱਲ ਤੁਸੀਂ ਬੁਨਿਆਦੀ ਤੌਰ ਤੇ ਯਾਦ ਰੱਖੋ, ਹਰ ਚੀਜ਼ ਨੇ ਆਪਣੇ ਅਸਲ ਦੀ ਤਰਫ ਜਾਣਾ ਹੁੰਦਾ ਹੈ। ਠੀਕ ਹੈ, ਗੱਲ ਇਹ ਹੈ ਕਿ ਇਸ ਵਕਤ ਠੀਕ ਹੈ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੈ, ਡਿਜੀਟਲ ਮੀਡੀਆ ਦਾ ਦੌਰ ਹੈ, ਲੇਕਿਨ ਤੁਹਾਡੀ ਜਿਹੜੀ ਅਥੈਂਟੀਕੇਸ਼ਨ ਹੈ ਉਹ ਅੱਜ ਵੀ ਤੁਹਾਡੀ ਉਸੇ ਪ੍ਰਿੰਟ ਮੀਡੀਆ ਨਾਲ ਹੈ, ਉਸੇ ਨਾਲ ਵਾਬਸਤਾ ਹੈ। ਠੀਕ ਹੈ, ਚੀਜ਼ਾਂ ਉਸੇ ਜ਼ਾਵੀਏ ਨਜ਼ਰ ਨਾਲ ਤੁਸੀਂ ਕਾਊਂਟ ਕਰੋਗੇ। ਹੁਣ ਇਸ ਵਕਤ ਸਭ ਤੋਂ ਬੜਾ ਮਸਲਾ ਇਹ ਹੋ ਗਿਆ ਹੈ ਕਿ ਦੇਖੋ ਜਿਹੜਾ ਸੋਸ਼ਲ ਮੀਡੀਆ ਹੈ ਇੱਕ ਐਸਾ ਹਥਿਆਰ ਬਣ ਗਿਆ ਕਿ ਜਿਹੜਾ ਹਰ ਨਾਨ ਪ੍ਰੋਫੈਸ਼ਨਲ ਕੋਲ ਪਹੁੰਚ ਗਿਆ ਹੈ। ਠੀਕ ਹੈ ਜੀ, ਉਹ ਉਸ ਨੂੰ ਆਪਣੇ ਜ਼ਾਵੀਆ ਨਜ਼ਰ ਨਾਲ, ਆਪਣੇ ਤਰੀਕਾਕਾਰ ਨਾਲ ਇਸਤੇਮਾਲ ਕਰਦਾ ਹੈ, ਜਿਹੜਾ ਕਿਸੇ ਵੀ ਮਾਸ਼ਰੇ ਸੋਸਾਇਟੀ ਵਾਸਤੇ ਬੜਾ ਖਤਰਨਾਕ ਹੈ। ਠੀਕ ਹੈ, ਰੀਜਨਲ ਅਖਬਾਰਾਤ ਹੈ ਜਾਂ ਜਿਹੜਾ ਪ੍ਰਿੰਟ ਮੀਡੀਆ ਹੈ ਉਸ ਦਾ ਪ੍ਰੋਸੀਜਰ ਹੈ। ਠੀਕ ਹੈ, ਤੁਹਾਨੂੰ ਪਤਾ ਹੈ ਕਿ ਇੱਕ ਖਬਰ ਆਉਂਦੀ ਹੈ, ਤੁਹਾਨੂੰ ਇੱਕ ਨੁਮਾਇੰਦਾ ਖਬਰ ਭੇਜਦਾ ਹੈ। ਸਭ ਤੋਂ ਪਹਿਲੇ ਉਹ ਨੁਮਾਇੰਦੇ ਦੇ ਹੱਥ 'ਚ ਜਾਂਦੀ ਹੈ ਖਬਰ, ਉਸ ਤੋਂ ਬਾਅਦ ਤੁਹਾਡੀ ਨਿਊਜ਼ ਡੈਸਕ 'ਤੇ ਆਏਗੀ, ਫਿਰ ਉਸ ਖਬਰ ਦੀ ਸਬਿੰਗ ਹੋਏਗੀ, ਫਿਰ ਉਸ ਨੂੰ ਤੁਸੀਂ ਇੱਕ ਤਰੀਕਾਕਾਰ ਦੇ ਤਹਿਤ ਪਬਲਿਸ਼ ਕਰੋਗੇ। ਉਹ 3-4 ਮਰਾਇਲ ਤੋਂ ਗੁਜ਼ਰੇਗੀ ਤੇ ਪਤਾ ਲੱਗੇਗਾ ਸੱਚੀ ਹੈ ਜਾਂ ਝੂਠੀ ਹੈ। ਉਸ ਤੇ ਵੀ ਜਿਹੜਾ ਨਾ ਇਸ ਵਾਸਤੇ ਇਹ ਹੈ ਕਿ ਠੀਕ ਹੈ ਇਸ ਵਕਤ ਜਿਹੜੀ ਇੱਕ ਬੜਾ ਤੂਫਾਨ ਹੈ ਸੋਸ਼ਲ ਮੀਡੀਆ ਦਾ, ਤੂਫਾਨ ਬਦਤਮੀਜ਼ੀ ਵੀ ਕਿਹਾ ਜਾ ਸਕਦਾ ਹੈ, ਇਸ ਨੂੰ ਕਹਿ ਸਕਦੇ ਹੋ ਤੁਸੀਂ, ਇਹ ਚੱਲ ਰਿਹਾ ਹੈ। ਲੇਕਿਨ ਇਹ ਹੈ ਕਿ ਇਸ ਦੀ ਅਥੈਂਟੀਕੇਸ਼ਨ ਕੋਈ ਨਹੀਂ ਹੈ, ਔਰ ਦੂਸਰੀ ਗੱਲ ਇਹ ਹੈ ਕਿ ਇਹ ਮਾਸ਼ਰੇ ਨੂੰ ਕੋਈ ਬਿਹਤਰ ਅੰਦਾਜ਼ ਦੀ ਤਰਫ ਲੈ ਕੇ ਨਹੀਂ ਜਾ ਸਕਦੀ, ਬਲਕਿ ਤੁਹਾਡੇ ਮਾਸ਼ਰੇ ਨੂੰ ਮੁਮਕਿਨ ਹੈ ਡਿਵਾਈਡ ਕਰੇਗੀ। ਠੀਕ ਹੈ, ਦਿਲਾਂ ਵਿੱਚ ਨਫ਼ਰਤ ਪੈਦਾ ਹੋਏਗੀ, ਇੱਕ ਦੂਸਰੇ ਦੇ ਨਾਲ ਜਿਹੜਾ ਨਾ ਮਾਮਲਾਤ ਖਰਾਬ ਹੋਣਗੇ। ਇਸ ਲਈ ਇਸ ਵਾਸਤੇ ਮੈਂ ਕਹਿਣਾ ਕਿ ਕੋਈ ਵੀ ਯਾਨੀ ਡਿਜੀਟਲ ਮੀਡੀਆ ਆ ਜਾਏ, ਸੋਸ਼ਲ ਮੀਡੀਆ ਆ ਜਾਏ, ਤੁਸੀਂ ਜਿਹੜਾ ਪ੍ਰਿੰਟ ਮੀਡੀਆ ਹੈ ਉਸ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕਰ ਸਕਦੇ ਹੋ, ਉਸ ਨੂੰ ਡਿਨਾਈ ਕਰ ਹੀ ਨਹੀਂ ਸਕਦੇ ਹੋ ਤੁਸੀਂ। ਅੱਛਾ, ਮੈਂ ਥੋੜਾ ਜਿਹਾ ਚਾਹਨਾ ਤੁਹਾਡੀ ਐਕਸਪਰਟਿਜ਼ ਦਾ ਫਾਇਦਾ ਉਠਾਉਣਾ ਚਾਹਨਾ, ਕਿਉਂਕਿ ਤੁਸੀਂ ਇੱਕ ਅਰਸਾ ਜਿਹੜਾ ਬਲਕਿ ਜਿਹਨੂੰ ਕਹਿੰਦੇ ਸਕੂਲਿੰਗ ਤੁਹਾਡੀ ਸਾਰੀ ਜਿਹੜੀ ਹੈ ਉਹ ਬਲੋਚਿਸਤਾਨ ਦੀ ਕੋਇਟਾ ਦੀ ਹੋਈ ਹੈ। ਉੱਥੇ ਦੀ ਜਿਹੜੀ ਹੁਣ ਮੈਂ ਤੱਕਣਾ ਉੱਥੇ ਜੀ ਉਹ ਮਾਰੰਗ ਬਲੋਚ ਤੇ ਫਲਾਨ ਤੇ ਉਹ ਕੀ ਕਹਾਣੀਆਂ ਸੁਣਾते हैं कि वहाँ दबाया जाता है, वहाँ किसी को काम नहीं करने दिया जाता, डरते रहते हैं लोग, ये आ जाता है, काल आ जाती है। ਤੁਸੀਂ ਵੀ ਉੱਥੇ ਗੁਜ਼ਾਰਾ ਕੀਤਾ, ਕੀ ਹੁੰਦਾ ਕੀ ਹੈ? ਦੇਖੋ ਜੀ ਅਹਿਮਦ ਸਾਹਿਬ, ਮੈਂ ਆਪਣੀ ਜ਼ਿੰਦਗੀ ਦਾ ਬੜਾ ਅਹਿਮ ਤਰੀਨ ਹਿੱਸਾ ਬਲੋਚਿਸਤਾਨ ਵਿੱਚ ਗੁਜ਼ਾਰਿਆ ਹੈ। ਔਰ ਇਹ ਕਿ ਬਲੋਚਿਸਤਾਨ ਬੇਸਿਕਲੀ ਇੱਕ ਪਸਮਾਨਦਾ ਤਰੀਨ ਸੂਬਾ ਹੈ, ਸੈਂਸਿਟਿਵ ਵੀ ਹੈ। ਹਾਂ, ਸੈਂਸਿਟਿਵ ਵੀ ਹੈ। ਉਸ ਦੀ ਵਜ੍ਹਾ ਇਹ ਹੈ ਕਿ ਜਿਹੜਾ ਇੰਟਰਨੈਸ਼ਨਲ ਐਲੀਮੈਂਟ ਹੈ ਉਹ ਉੱਥੇ ਬੜਾ ਗਵਾਦਰ ਦੀ ਵਜ੍ਹਾ ਤੋਂ ਹਨ, ਔਰ ਬਹੁਤ ਸਾਰੇ ਇਸ਼ੂਜ਼ ਹਨ। ਅੱਛਾ, ਔਰ ਇੱਕ ਤਾਂ ਸਭ ਤੋਂ ਬੜਾ ਮਸਲਾ ਹੈ ਕਿ ਬਲੋਚਿਸਤਾਨ ਤਾਲੀਮ ਦੀ ਰੇਸ਼ੋ ਬੜੀ ਕਮ ਹੈ। ਠੀਕ ਹੈ, ਉੱਥੇ ਆਬਾਦੀ ਦਾ ਵੀ ਮਸਲਾ ਹੈ,
ਤਾਲੀਮ ਦਾ ਵੀ ਮਸਲਾ ਹੈ ਔਰ ਫਿਰ ਜਿਹੜਾ ਨਾ ਉਹ ਇੱਕ ਤੁਸੀਂ ਕਹਿ ਸਕਦੇ ਹੋ ਕਿ ਸਾਈਡ ਸਾਡਾ ਇੱਕ ਸੂਬਾ ਹੈ, ਠੀਕ ਹੈ ਜੀ। ਆਲਮੀ ਜਿਹੜਾ ਇੰਟਰਸਟ ਉਹ ਵੀ ਮੌਜੂਦ ਹੈ, ਆਲਮੀ ਇੰਟਰਸਟ ਵੀ ਉੱਥੇ ਮੌਜੂਦ ਹੈ ਤੇ ਆਲਮੀ ਜਿਹੜੀ ਮਸਾਇਲ ਹੈ ਨਾ, ਯਾਨੀ ਜਿਹੜੇ ਲੋਕ ਇੰਟਰਫੇਅਰ ਕਰਦੇ ਨੇ ਮੁਸਲਮਾਨ ਮਾਮਲਾਤ 'ਚ, ਉਹ ਉਹਨਾਂ ਵਾਸਤੇ ਇੱਕ ਬਿਹਤਰੀਨ ਜ਼ਮੀਨ ਯਾਨੀ ਜਿਹੜਾ ਉੱਥੇ ਵਾਰ ਹੈ ਉਸ ਦਾ ਉਹਨਾਂ ਵਾਸਤੇ ਇਸ ਵਾਸਤੇ ਹੈ ਕਿ ਉੱਥੇ ਸਭ ਤੋਂ ਬੜਾ ਜਿਹੜਾ ਮਸਲਾ ਹੈ ਉਹ ਇਹ ਹੈ ਕਿ ਉੱਥੇ ਇਸ ਕਿਸਮ ਦੇ ਬਹੁਤ ਸਾਰੇ ਮਸਾਇਲ ਮਾਮਲਾਤ ਆ ਰਹੇ ਹਨ, ਲੇਕਿਨ ਬੇਸਿਕ ਜਿਹੜੀ ਬੁਨਿਆਦੀ ਜਿਹੜੀ ਚੀਜ਼ ਹੈ ਨਾ ਸਰ, ਉਹ ਇਹ ਹੈ ਕਿ ਤੁਹਾਡਾ ਜਿਹੜਾ ਸਰਵਾਈਵਲ ਹੈ ਉਹ ਤੁਹਾਡਾ ਮੁਲਕ ਦੇ ਨਾਲ ਹੈ, ਠੀਕ ਹੈ। ਸੂਬਾ ਅਗਰ ਤੁਹਾਡਾ ਮੁਤਹਿਦ ਰਹੇਗਾ, ਲੋਕਾਂ ਦੇ ਮਸਾਇਲ ਲੋਕਾਂ ਦੀ ਮੁਸ਼ਕਲਾਤ ਨੂੰ ਹਰ ਆਉਣ ਵਾਲੀ ਹੁਕੂਮਤ ਤਰਜੀਹ ਬੁਨਿਆਦ ਤੇ ਹੱਲ ਕਰੇਗੀ ਤੇ ਮੇਰੇ ਖਿਆਲ ਮਸਾਇਲ ਖਤਮ ਹੋ ਜਾਣਗੇ। ਲੇਕਿਨ ਇਹ ਜਿਸ ਤਰ੍ਹਾਂ ਦੇ ਐਲੀਮੈਂਟ ਆ ਰਹੇ ਨੇ, ਇਹ ਐਲੀਮੈਂਟ ਬੇਸਿਕਲੀ ਇਸ ਵਕਤ ਇਹ ਹੈ ਕਿ ਇਹ ਸਾਡੇ ਮੁਲਕ ਨੂੰ, ਕਿਸੇ ਦੇ ਕਹਿਣ ਤੇ ਦੀਆਂ ਆਜ਼ਾਦੀਆਂ ਨੂੰ, ਸਾਡੇ ਮੁਲਕ ਦੀ ਜਿਹੜਾ ਤੁਸੀਂ ਸਰਹੱਦਾਂ ਨੂੰ ਡਿਸਟਰਬ ਕਰਨ ਦੀ ਇੱਕ ਪੂਰੀ ਸਾਜ਼ਿਸ਼ ਆਲਮੀ ਸਾਜ਼ਿਸ਼ ਹੈ, ਠੀਕ ਹੈ ਜੀ। ਜ਼ਿਆਦਾ ਇਸ ਵਾਸਤੇ ਇਹ ਇਸ ਵਕਤ ਬਹੁਤ ਜ਼ਰੂਰੀ ਹੈ ਸਾਡੀਆਂ ਹੁਕੂਮਤਾਂ ਨੂੰ ਵੀ, ਸਾਡੇ ਜਿਹੜੇ ਇਸਟੈਬਲਿਸ਼ਮੈਂਟ ਹੈ ਉਹਨੂੰ ਵੀ, ਤੇ ਸਾਡੇ ਜਿਹੜੇ ਲੋਕ ਹਨ ਉਹਨਾਂ ਨੂੰ ਇਸ ਦੇ ਉੱਤੇ ਖਸੂਸੀ ਜਿਹੜਾ ਹੈ ਨਾ ਤਵੱਜੋ ਦੇਣੀ ਚਾਹੀਦੀ ਹੈ ਔਰ ਲੋਕਾਂ ਦੇ ਜਿਹੜੇ ਛੋਟੇ ਮੋਟੇ ਇਸ਼ੂਜ਼ ਹਨ ਉਹਨਾਂ ਨੂੰ ਸਾਲਵ ਕਰਨਾ ਚਾਹੀਦਾ ਹੈ ਔਰ ਉਹਨਾਂ ਲੋਕਾਂ ਨੂੰ ਜਿਹੜੇ ਮੁਲਕ ਦੁਸ਼ਮਣ ਅਨਾਸਰ ਲੋਕ ਹਨ ਜਿਹੜੇ ਸਾਡੇ ਲੋਕਾਂ ਨੂੰ ਇਸਤੇਮਾਲ ਕਰ ਰਹੇ ਹਨ ਉਹਨਾਂ ਦੇ ਖਿਲਾਫ ਪ੍ਰੋਪਰ ਤਰੀਕੇ ਨਾਲ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਜਨਾਬ ਜਿਹੜਾ ਨਾ ਇਸ ਕਿਸਮ ਦੀਆਂ ਸਾਜ਼ਿਸ਼ਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਜ਼ਾਇਲ ਕਰਨਾ ਹੈ। ਅੱਛਾ, ਹੁਣ ਥੋੜਾ ਜਿਹਾ ਜ਼ਾਹਿਰ ਹੈ ਮੈਂ ਅੱਜ ਇਸ ਗੱਲ ਖੁਸ਼ ਹਾਂ, ਇੱਕ ਤਾਂ ਰੀਜਨਲ ਜਿਹੜਾ ਮੀਡੀਆ ਉਹਦੇ ਨਾਲ ਤੁਸੀਂ, ਦੂਜਾ ਬਲੋਚਿਸਤਾਨ ਵੀ ਤੁਸੀਂ ਤੱਕਿਆ ਤੇ ਤੁਸੀਂ ਅਮਲਨ ਜਿਹੜਾ ਉਹ ਕਸ਼ਮੀਰੀ ਹੋ ਤੇ ਕਸ਼ਮੀਰ ਤੇ ਹੁਣ ਪਿਛਲੇ ਦਿਨਾਂ ਜਿਹੜੀ ਉਹ ਹੋਏ ਹੜਤਾਲਾਂ ਤੇ ਬਿਜਲੀ ਦੇ ਬਿੱਲ, ਇਹ ਹੋਇਆ ਕੀ ਸੀ? ਜ਼ਰਾ ਮੈਂ ਚਾਹਨਾ ਲੋਕਾਂ ਨੂੰ ਕਿਸੇ ਨਹੀਂ ਦੱਸਿਆ ਬਈ ਗੱਲ ਕੀ ਹੋਈ ਸੀ ਤੇ ਗੱਲ ਮੁੱਕੀ ਕਿੱਥੇ? ਦੇਖੋ ਜੀ, ਜਿਹੜਾ ਬੁਨਿਆਦੀ ਮਸਲਾ ਹੈ ਆਜ਼ਾਦ ਕਸ਼ਮੀਰ ਦੇ ਅੰਦਰ, ਆਜ਼ਾਦ ਕਸ਼ਮੀਰ ਦੇ ਲੋਕਾਂ ਦਾ ਜਿਹੜਾ ਮਸਲਾ ਹੈ ਉਹ ਇਹ ਹੈ ਕਿ ਆਜ਼ਾਦ ਕਸ਼ਮੀਰ ਇੱਕ ਐਸਾ ਸੂਬਾ ਹੈ, ਸੌਰੀ ਇਲਾਕਾ ਹੈ, ਏਰੀਆ ਹੈ ਜਿੱਥੇ ਉਹਨਾਂ ਦਾ ਇੱਕ ਆਪਣਾ ਨਿਜ਼ਾਮ ਹੁਕੂਮਤ ਹੈ। ਬੇਸਿਕਲੀ ਇਸ ਨਿਜ਼ਾਮ ਹੁਕੂਮਤ ਦੀ ਬੁਨਿਆਦੀ ਵਜ੍ਹਾ ਇਹ ਹੈ ਕਿ ਤਹਿਰੀਕ ਆਜ਼ਾਦੀ ਕਸ਼ਮੀਰ ਦਾ ਬੇਸ ਕੈਂਪ कहलाता है। ਇਸ ਬੇਸ ਕੈਂਪ ਦੇ ਅੰਦਰ ਜਿਹੜੀ ਹੁਕੂਮਤ ਹੈ ਉਹਨੇ ਤਹਿਰੀਕ ਆਜ਼ਾਦੀ ਕਸ਼ਮੀਰ ਦੇ ਹਵਾਲੇ ਨਾਲ ਵੀ ਚੀਜ਼ਾਂ ਨੂੰ ਦੇਖਣਾ ਹੈ ਜਾਂ ਆਪਣਾ ਜਿਹੜਾ ਉੱਥੇ ਦਾ ਸਿਸਟਮ ਹੈ ਉਸ ਨੂੰ ਵੀ ਮੈਨੇਜ ਕਰਨਾ ਹੈ। ਸਭ ਤੋਂ ਬੜਾ ਮਸਲਾ ਇਹ ਹੈ ਕਿ ਆਜ਼ਾਦ ਕਸ਼ਮੀਰ ਨੂੰ ਜਿਹੜਾ ਰਾਇਲਟੀ ਹੈ ਉਸ ਦਾ ਬੜਾ ਇਸ਼ੂ ਚੱਲ ਰਿਹਾ ਹੈ, ਠੀਕ ਹੈ ਜੀ। ਪਾਣੀ ਦਾ ਇਸ਼ੂ ਹੈ, ਬਹੁਤ ਸਾਰੀਆਂ ਚੀਜ਼ਾਂ ਉਹਦੇ ਉੱਤੇ ਬਹੁਤ ਮੁਖਤਲਿਫ ਹੁਕੂਮਤਾਂ ਨੇ ਕੁਝ ਮਾਇਦੇ ਕੀਤੇ ਨੇ ਵਾਪਡਾ ਦੇ ਨਾਲ ਔਰ ਲੋਕਾਂ ਦਾ ਮੁਤਾਲਬਾ ਇਹ ਸੀ ਕਿ ਜੀ ਜਦੋਂ ਸਾਡੇ ਕੋਲੋਂ ਬਿਜਲੀ ਜਾ ਰਹੀ, ਬਿਜਲੀ ਸਾਡੀ ਹੈ, ਸਾਨੂੰ ਤੁਸੀਂ ਮੁਨਾਸਬ ਕਿਸਮ ਦੀ ਅਕੋਮੋਡੇਸ਼ਨ ਵੀ ਨਹੀਂ ਦੇ ਰਹੇ ਹੋ ਤੇ ਤੁਸੀਂ ਜਿਹੜੇ ਬਿੱਲਾਂ ਦਾ ਇੱਕ ਤਾਂ ਇਸ਼ੂ ਇਹ ਆਇਆ ਬੇਸਿਕਲੀ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਮੁਲਕ ਪਾਕਿਸਤਾਨ ਇੱਕ ਅਰਸੇ ਤੋਂ ਬੜਾ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸ਼ਿਕਾਰ ਹੈ, ਠੀਕ ਹੈ ਜੀ। ਤੇ ਇਸ ਤਰ੍ਹਾਂ ਜ਼ਰਾ ਆਜ਼ਾਦ ਕਸ਼ਮੀਰ ਵੀ ਮੁਤਾਸਰ ਹੁੰਦਾ ਹੈ। ਆਜ਼ਾਦ ਕਸ਼ਮੀਰ ਨੂੰ ਬਾਜ਼ਾਬਤਾ ਤੌਰ 'ਤੇ ਇੱਥੋਂ ਇੱਕ ਗ੍ਰਾਂਟ ਮਿਲਦੀ ਹੈ, ਉਸ ਗ੍ਰਾਂਟ ਦੇ ਬਿਹਾਫ 'ਤੇ ਉੱਤੇ ਜਿਹੜਾ ਚੀਜ਼ਾਂ ਉੱਥੇ ਮੈਨੇਜ ਵੀ ਹੁੰਦੀਆਂ ਹਨ। ਕੁਝ ਮੁਕਾਮੀ ਵੀ ਉਹ ਚੀਜ਼ਾਂ ਨੂੰ ਜਿਹੜਾ ਜਨਰੇਟ ਕਰਦੇ ਨੇ, ਰੈਵਨਿਊ ਜਨਰੇਟ ਕਰਕੇ ਸਿਸਟਮ ਚਲਾਉਂਦੇ ਨੇ ਤੇ ਲੋਕਾਂ ਦਾ ਬੁਨਿਆਦੀ ਮੁਤਾਲਬਾ ਇਹ ਸੀ ਕਿ ਜੀ ਸਾਨੂੰ ਜਿਹੜਾ ਹੈ ਨਾ ਸਸਤੀ ਬਿਜਲੀ ਦਿੱਤੀ ਜਾਏ, ਸਸਤਾ ਆਟਾ ਦਿੱਤਾ ਜਾਏ ਸਾਨੂੰ, ਠੀਕ ਹੈ ਜੀ। ਇਸ ਹਰ ਹੁਕੂਮਤ ਜੋ ਆਟਾ ਔਰ ਬਿਜਲੀ ਦੀ ਗੱਲ ਹੋ ਰਹੀ ਸੀ, ਹਾਂ ਸਬਸਿਡੀ ਦਿੰਦੀ ਰਹੀ ਹੈ ਉੱਥੇ ਤੇ ਇਸ ਵਜ੍ਹਾ ਤੋਂ ਫਿਰ ਇਹ ਹੈ ਕਿ ਇਹ ਥੋੜੇ ਇਸ਼ੂਜ਼ ਫਾਈਨੈਂਸ਼ੀਅਲ ਚੱਲ ਰਹੇ ਸਨ ਜਿਸ ਵਜ੍ਹਾ ਤੋਂ ਲੋਕਾਂ ਨੇ ਇਤਾਅਤ ਔਰ ਇਤਫਾਕ ਦਾ ਮੁਜ਼ਾਹਰਾ ਕੀਤਾ। ਉਹਨਾਂ ਨੇ ਹੁਕੂਮਤ ਨਾਲ ਇਹ ਮੁਤਾਲਬਾ ਕੀਤਾ ਕਿ ਜੀ ਤੁਸੀਂ ਸਾਨੂੰ ਇੱਕ ਤਾਂ ਸਾਡੀ ਬਿਜਲੀ ਸਾਨੂੰ ਸਸਤੀ ਦਿਓ ਤੇ ਦੂਸਰਾ ਸਾਨੂੰ ਜਿਹੜਾ ਆਟਾ ਹੈ ਉਸ ਤੋਂ ਇੱਕ ਤੇ ਉਸ ਨੂੰ ਤੁਸੀਂ ਆਮ ਕਰੋ, ਠੀਕ ਹੈ ਜੀ, ਕਿ ਹਰ ਬੰਦੇ ਤੱਕ ਪਹੁੰਚ ਸਕੇ। ਦੇਖੋ ਪਾਕਿਸਤਾਨ ਦੇ ਵਿੱਚ ਇਹ ਹੁੰਦਾ ਹੈ ਕਿ ਮੁਖਤਲਿਫ ਮਿਲਾਂ, ਪ੍ਰਾਈਵੇਟ ਮਿਲਾਂ ਉਹ ਲੋਕ ਆਟਾ ਜਿਹੜਾ ਅੱਛਾ ਇਹ ਮੌਜੂ ਜਿਹੜਾ ਨਾ ਬੜਾ ਮੈਂ ਸਮਝਦਾ ਇਹ ਸਮਝਣ ਵਾਲਾ ਹੈ ਔਰ ਇਹਦੇ ਵਾਸਤੇ ਕਿਉਂਕਿ ਇਸ ਨੂੰ ਮਿਸਾਲ ਬਣਾ ਕੇ ਉਹ ਵੀ ਅੱਗੇ ਬੰਦੇ ਗੱਲਾਂ ਕਰਦੇ ਨੇ, ਮਸਲਨ ਖੈਬਰ ਪਖਤੂਨਖਵਾ ਦੇ ਬੰਦੇ ਵੀ ਗੱਲ ਕਰਦੇ ਨੇ, ਬਲੋਚਿਸਤਾਨ ਦੇ ਵੀ ਕਰਦੇ ਨੇ, ਪੰਜਾਬੀ ਵੀ ਆਪਣੀ ਗੱਲ ਕਰਦੇ ਨੇ। ਇਸ ਤੇ ਅਸੀਂ ਥੋੜੀ ਜਿਹੀ ਨਾ ਗਹਿ ਕਰਕੇ ਗੱਲ ਕਰਾਂਗੇ, ਇੱਕ ਨਿੱਕਾ ਜਿਹਾ ਵਕਫਾ ਲੈ ਕੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਵੈਲਕਮ ਬੈਕ ਜੀ। ਅਸੀਂ ਗੱਲ ਕਰ ਰਹੇ ਸਾਂ ਜਿਹੜਾ ਮਸਲਾ ਕਸ਼ਮੀਰ 'ਚ ਬਣਿਆ, ਆਜ਼ਾਦ ਕਸ਼ਮੀਰ 'ਚ ਲੋਕ ਸੜਕਾਂ 'ਤੇ ਆ ਗਏ। ਮੈਂ ਪੁੱਛਣਾ ਇਹ ਚਾਹਨਾ ਉਹ ਲੋਕ ਸੜਕਾਂ 'ਤੇ ਕਿਉਂ ਆਏ? क्या कोई अंगेख्त हुई या किसने मिसमैनेज किया है या समझ क्यों नहीं आई? एक जर्नलिस्ट को पूछना चाहना मैं, उसने इसमें तजिया किस तरह किया? अहमद साहब देखो बुनियादी मैं तुम्हें मुद्दा है ना वो तुम्हें मैं दस देता है। ठीक है। असल मामला मिसमैनेज किस तरह होया? मिसमैनेज इस तरह होया कि हुकूमत ने मेरे ख्याल से उस मामले को इतना एक दो मरतबा उन्होंने अंडर एस्टीमेट किया उन्होंने सोचा कि शायद लोग, लेकिन लोगों का जज्बा ये सी
ਵੈਸੇ ਵੀ ਥੋੜੇ ਜਿਹੇ ਇਨਕਲਾਬੀ ਲੋਕ ਹਨ ਸੱਚੀ ਗੱਲ ਠੀਕ ਹੈ। ਠੀਕ ਹੈ। ਉਹਨਾਂ ਨੇ ਇਹ ਕੰਮ ਕੀਤਾ ਇਸ ਤਹਿਰੀਕ ਦੇ ਪਿੱਛੇ, ਯਾਨੀ ਕੋਈ ਤੁਹਾਨੂੰ ਬੜਾ ਲੀਡਰ ਨਜ਼ਰ ਨਹੀਂ ਆਏਗਾ। ਠੀਕ, ਹੈ। ਅਵਾਮੀ ਇਹ ਮਕਾਮੀ ਲੋਕ ਸਨ, ਮਕਾਮੀ ਤਾਜਰ ਸਨ, ਠੀਕ ਹੈ ਜੀ, ਮਕਾਮੀ ਸਟੂਡੈਂਟ ਸਨ। ਉਹਨਾਂ ਨੇ ਇਹਨੂੰ ਮੈਨੇਜ ਕੀਤਾ। ਉਹਨਾਂ ਦਾ ਫਾਰਮੂਲਾ ਕੀ ਸੀ? ਸਿੰਪਲ ਫਾਰਮੂਲਾ ਇਹ ਸੀ ਕਿ ਸਾਨੂੰ ਬਾਈ ਰਿਲੀਫ ਦਿੱਤਾ ਜਾਏ। ਠੀਕ ਹੈ ਜੀ, ਸਾਨੂੰ ਬਿਜਲੀ ਦੇ ਬਿੱਲਾਂ ਰਿਲੀਫ ਦਿਓ, ਸਾਨੂੰ ਆਟਾ ਦੇ ਹਵਾਲੇ ਨਾਲ ਸਾਨੂੰ ਅਕੋਮੋਡੇਟ ਕਰੋ। ਠੀਕ ਹੈ, ਇਸ ਦੀ ਜਿਹੜੀ ਸ਼ਾਰਟੇਜ ਹੈ ਇਸ ਨੂੰ ਦੂਰ ਕਰੋ। ਜਦੋਂ ਸਾਰੇ ਲੋਕ ਮੁਤਹਿਦ ਹੋ ਗਏ, ਔਰ ਇਹ ਉਹਨਾਂ ਦਾ ਸਿਰਫ ਇਹ ਇੱਕ ਪੁਆਇੰਟ ਸੀ, ਇੱਕ ਨੁਕਤੇ ਤੇ ਉੱਤੇ ਸਨ, ਉੱਥੇ ਕਿਸੇ ਦਾ ਕੋਈ ਸਿਆਸੀ ਇਖਤਲਾਫ ਨਹੀਂ ਸੀ। ਠੀਕ, ਉਹ ਇੱਕ ਤਹਿਰੀਕ ਚਲੀ ਤੇ ਉਹ ਕਾਮਯਾਬ ਹੋ ਗਈ। ਉਹਨਾਂ ਨੇ ਲੋਕਾਂ ਨੇ ਇਤਾਅਤ ਦਾ, ਯਕਜਹਿਤੀ ਦਾ ਮੁਜ਼ਾਹਰਾ ਕੀਤਾ ਤਾਂ ਉਹਨਾਂ ਨੂੰ ਰਿਲੀਫ ਮਿਲ ਗਿਆ, ਜਿਸ ਦੀ ਵਜ੍ਹਾ ਤੋਂ ਜਿਹੜਾ ਨਾ ਉਹ ਅਕੋਮੋਡੇਟ ਹੋਏ। ਮੈਂ ਸਮਝਦਾ ਕਿ ਕਿਸੇ ਵੀ ਮਾਸ਼ਰੇ ਸੋਸਾਇਟੀ 'ਚ ਜਦੋਂ ਤੱਕ ਤੁਸੀਂ ਮੁਤਹਿਦ ਨਹੀਂ ਰਹੋਗੇ, ਕਿਸੇ ਵੀ ਇਸ਼ੂ ਦੇ ਉੱਤੇ ਇਕੱਠੇ ਮਿਲ ਕੇ ਤੁਸੀਂ ਜਿੱਦ ਨਹੀਂ ਕਰੋਗੇ ਤਾਂ ਤੁਸੀਂ ਉਸ ਦੇ ਸਮਰਾਟ ਜਿਹੜਾ ਨਾ ਨਹੀਂ ਪਾ ਸਕਦੇ। ਅੱਛਾ, ਇੱਕ ਹੋਰ ਮੈਂ ਪੁੱਛਣਾ ਚਾਹਨਾ ਤੁਹਾਡੇ ਕੋਲ, ਉਹ ਫਰਹਾਦ ਹੈ ਜਿਹੜਾ, ਉਹ ਅਹਿਮਦ ਫਰਹਾਦ, ਉਹ ਉਸ ਤੇ ਇਲਜ਼ਾਮ ਇਹ ਲੱਗਾ ਕਿ ਉਹਨੇ ਬੜੀਆਂ ਕਹਾਣੀਆਂ ਕੁੜੀਆਂ ਸੁਣਾਈਆਂ ਤੇ ਓਵਰ ਦੱਸਿਆ ਕਿ ਇਹ ਹੋ ਗਿਆ, ਉਹ ਹੋ ਗਿਆ। ਅਸਲ ਕੀ ਹੋਇਆ ਸੀ? ਕਿਤਨੇ ਸਾਰੇ ਬੰਦੇ ਮਰੇ ਸਨ, ਜੋ ਹੋਇਆ ਕੀ ਸੀ? अहमद फराद जो ਤੁਸੀਂ ਆਪਣੇ ਸ਼ਾਇਰ ਦੀ ਗੱਲ जी हाँ, उसे दी उसे वैसे तो उसका ये इल्ज़ाम थी ना कि कश्मीर के बारे जो एक तो वो इसे जला दो, इसे मार दो वगैरह, वो तो एक अलग कहानी है। लेकिन असल गल बनी सी कि उन्हें चौखियां गल्लां शुरू कर दी सन और मिस इन्फॉर्मेशन जी है वो लीड कर रही है। सब तो बड़ा मसला है जी, ਅਸੀਂ ਚੀਜ਼ਾਂ ਨੂੰ ਇਨਵੈਸਟੀਗੇਟ ਨਹੀਂ ਕਰਦੇ ਹਾਂ। ਠੀਕ ਹੈ, ਜਦੋਂ ਅਸੀਂ ਚੀਜ਼ਾਂ ਨੂੰ ਇਨਵੈਸਟੀਗੇਟ ਨਹੀਂ ਕਰਦੇ ਹਾਂ ਤੇ ਫਿਰ ਅਸੀਂ ਸੁਣੀ ਸੁਣਾਈ ਦੇ ਉੱਤੇ ਤੁਰ ਅਗਰ ਪੈਂਦੇ ਤੁਸੀਂ ਕੋਈ ਅੱਛਾ ਤੁਸੀਂ ਸ਼ੇਅਰ ਲਿਖ ਲਿਓ, ਕੋਈ ਅੱਛੀ ਤਕਰੀਰ ਕਰ ਲਿਓ, ਸਰ ਅਗਰ ਉਸ ਦੇ ਉੱਤੇ ਸਦਾਕਤ ਨਹੀਂ ਹੈ, ਹਕਾਇਕ ਨਹੀਂ ਹੈ, ਤੇ ਉਹ ਤੁਹਾਡੇ ਮੁਲਕ ਵਾਸਤੇ ਵੀ ਨੁਕਸਾਨਦੇਹ, ਤੁਹਾਡੇ ਮਾਸ਼ਰੇ ਆਪਣੇ ਕੈਰੀਅਰ ਵਾਸਤੇ, ਤੁਹਾਡੀ ਸਾਖ ਵੀ ਖਰਾਬ ਹੋਣੀ ਹੈ, ਸਾਖ ਵਾਸਤੇ ਵੀ ਜਿਹੜਾ ਨਾ ਬੜਾ ਨੁਕਸਾਨਦੇਹ ਹੈ। ਤੇ ਮੇਰੇ ਖਿਆਲ ਦੇ ਇਹ ਜਿਹੜਾ ਮਾਮਲਾ ਚੱਲਿਆ ਇਸ ਦੇ ਉੱਤੇ ਇਸੇ ਕਿਸਮ ਦੀ ਜਿਹੜੀ ਸੂਰਤ ਹਾਲ ਸੀ ਉਹ ਸੀ, ਔਰ ਮੇਰੇ ਖਿਆਲ में उससे ਉਹਨੂੰ ਸ਼ਾਇਦ ਸਜ਼ਾ ਵੀ ਮਿਲ ਗਈ ਹੈ ਤੇ ਸ਼ਾਇਦ ਨੈਕਸਟ ਵਾਸਤੇ ਉਹ ਮੁਤਾਦ ਵੀ ਹੋ ਜਾਣਗੇ। ਦੇਖੋ ਨਾ, ਮੁਲਕ ਮਾਸ਼ਰੇ ਸੋਸਾਇਟੀ ਨੂੰ ਚਲਾਉਣ ਵਾਸਤੇ ਤੁਸੀਂ ਤੁਹਾਡਾ ਰਵਈਆ ਬੜਾ ਕਾਊਂਟ ਕੀਤਾ ਜਾਂਦਾ ਹੈ। ਠੀਕ ਹੈ, ਤੁਹਾਡੇ ਅਲਫਾਜ਼ ਬੜੇ ਕਾਊਂਟ ਕੀਤੇ ਜਾਂਦੇ ਨੇ। ਇਸ ਵਾਸਤੇ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਸਾਨੂੰ ਅੱਛਾ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਉੱਥੇ ਹੁੰਦੀ ਰਹੀ ਹੈ। ਅਸਲ ਕੀ ਹੋਇਆ ਸੀ? ਕਿਤਨੇ ਸਾਰੇ ਬੰਦੇ ਉਹਦੇ 'ਚ ਜਿਹੜਾ ਉਹ ਫੱਟੜ ਹੋਏ ਸਨ ਜਾਂ ਕੋਈ ਸੂਰਤ ਬਣੀ ਸੀ ਤੇ ਬਾਅਦ ਤਹਿਕੀਕਾਤ ਕੋਈ ਸਾਹਮਣੇ ਆਈ ਤੁਹਾਡੇ ਕੋਲ? ਨਹੀਂ, ਦੇਖੋ ਇਹ ਤਹਿਰੀਕ ਦੇ ਦੌਰਾਨ ਤੁਸੀਂ ਕਹਿ ਰਹੇ ਹੋ ਨਾ ਕੀ ਕੋਈ ਬੰਦੇ ਮਰੇ ਜਾਂ ਰੁਕੇ ਜਾਂ ਜ਼ਖਮੀ ਹੋਏ, ਕੀ ਹੋਇਆ? ਜਿਹੜੀ ਬੁਨਿਆਦੀ ਪੋਜੀਸ਼ਨ ਰਹੀ ਹੈ ਉਹ ਇਹ ਰਹੀ ਹੈ ਕਿ ਜਦੋਂ ਤੁਸੀਂ ਪਤਾ ਹੈ ਆਵਾਮ ਪਬਲਿਕ ਸਾਹਮਣੇ ਨਿਕਲ ਆਉਂਦੀ ਹੈ, ਉੱਥੇ ਜਿਹੜੀ ਪੁਲਿਸ ਸੀ, ਇੰਤਜ਼ਾਮੀਆ ਸੀ, ਉਹ ਵੀ ਉਹੀ ਲੋਕ ਸਨ ਨਾ, ਉੱਥੇ ਹੀ ਰਹਿਣ ਵਾਲੇ ਲੋਕ ਸਨ। ਅਬ ਜਦੋਂ ਤੁਹਾਨੂੰ ਪਤਾ ਹੈ ਜੱਥਾ ਨਿਕਲ ਆਵੇ ਤੇ ਫਿਰ ਉਸ ਨੂੰ ਕੰਟਰੋਲ ਕਰਨ ਵਾਸਤੇ ਹੱਥਾਪਾਈ ਮਾਮਲਾਤ ਚੱਲਦੇ ਨੇ। ਉਹਦੇ ਵਿੱਚ ਦੋ ਤਰਫਾ ਫਿਰ ਜਿਹੜਾ ਨਾ ਲੋਕ ਜ਼ਖਮੀ ਵੀ ਹੋਏ ਨੇ ਔਰ ਕੁਝ ਲੋਕਾਂ ਦੀ ਜ਼ਿੰਦਗੀਆਂ ਦੇ ਚਿਰਾਗ ਵੀ ਗੁੱਲ ਹੋਏ। ਠੀਕ ਹੈ, ਇਹ ਬਸ ਮੈਂ ਸਮਝਣਾ ਕਿ ਇਸ ਨੂੰ ਮੈਨੇਜ ਕੀਤਾ ਜਾ ਸਕਦਾ ਸੀ ਕਿ ਅਗਰ ਤੁਸੀਂ ਇਸ ਨਜ ਤੋਂ ਪਹਿਲੇ ਅਗਰ ਲੋਕਾਂ ਦੇ ਮਾਮਲਾਤ ਚੀਜ਼ਾਂ ਨੂੰ ਕਰ ਲੈਂਦੇ ਤਾਂ ਮੇਰੇ ਖਿਆਲ 'ਚ ਇਹ ਨੌਬਤ ਨਹੀਂ ਆਣੀ ਸੀ। ਅਲਬੱਤਾ ਇਹ ਹੈ ਕਿ ਉਹ ਜਿਤਨਾ ਉਹਨੂੰ ਬੜਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਸੀ ਉਹ ਉਸ ਉਤਨਾ ਨਹੀਂ ਹੈ ਸੀ। ਅੱਛਾ, ਹੁਣ ਮੈਨੂੰ ਦੱਸੋ ਕਿ ਇਹ ਹੁਣ ਬਿਜਲੀ ਕਿਸ ਤਰ੍ਹਾਂ ਲੱਭਦੀ ਹੈ ਉੱਥੇ ਲੋਕਾਂ ਨੂੰ ਪਈ ਤੇ ਆਟਾ ਕਿਸ ਤਰ੍ਹਾਂ ਪਿਆ ਲੱਭਦਾ? ਦੇਖੋ, ਆਟਾ ਪਾਕਿਸਤਾਨ ਕੋਲੋਂ ਸਸਤਾ ਹੈ ਆਟਾ ਉੱਥੇ। ਅੱਛਾ, ਮਸਲਨ ਤੁਸੀਂ ਦੇਖੋ ਨਾ, ਅਗਰ ਇੱਥੇ ਤੁਹਾਡਾ ਆਟਾ ਹੈ 15 ਕਿਲੋ ਦਾ ਜਿਹੜਾ ਤੋੜਾ ਹੈ ਤੁਹਾਡਾ, ਠੀਕ ਹੈ ਜੀ, ਉਹ ਮੇਰੇ ਖਿਆਲ 'ਚ 1600-1700 ਰੁਪਏ ਦਾ ਹੈ। ਠੀਕ ਹੈ ਜੀ, ਉੱਥੇ ਉਹ ਮੇਰੇ ਖਿਆਲ ਕੋਈ 1000 ਰੁਪਏ ਦਾ ਹੈ, ਠੀਕ, ਜਾਂ 1100 ਦਾ ਹੋਏਗਾ, ਇਹੀ ਬਸ ਰੇਟ ਚੱਲਦਾ ਹੈ। ਔਰ ਬਿਜਲੀ ਦਾ ਇਹ ਹੈ ਕਿ ਬਿਜਲੀ ਉੱਥੇ ਮੇਰੇ ਖਿਆਲ 1.5 ਤੋਂ 3 ਰੁਪਏ ਦੇ ਦਰਮਿਆਨ ਜਿਹੜਾ ਨਾ ਯੂਨਿਟ ਜਿਹੜਾ। ਅੱਛਾ, ਇਹ ਹੁਣ ਚੱਲਦਾ ਪਿਆ। ਔਰ ਇਹ ਬਾਮੀ ਇਸ ਦੀ ਐਗਜ਼ੈਕਟ ਜਿਹੜੀ ਫਿਗਰ ਉਹ ਮੈਨੂੰ ਇਸ ਲਈ ਯਾਦ ਨਹੀਂ, ਲੇਕਿਨ ਇਹ ਇਸੇ ਦੇ ਕਰੀਬ ਨਹੀਂ ਹੈ ਜਾਂ ਬਹੁਤ ਜ਼ਿਆਦਾ 5 ਰੁਪਏ ਦੇ ਹੀ ਨਹੀਂ, ਜ਼ਿਆਦਾ ਇਸ ਤੋਂ ਕਮਰਸ਼ੀਅਲ ਵੀ ਹੈ ਔਰ ਜਿਹੜਾ ਡੋਮੈਸਟਿਕ ਉਸ ਦਾ ਵੀ ਹੈ, ਉਹ ਵੀ ਨਾਲ ਹੈ। ਤੇ ਇਹ ਮੈਂ ਆਖਰ ਤੇ ਤੁਹਾਡੇ ਕੋਲ ਇੱਕ ਨਿੱਕੀ ਜਿਹੀ ਗੱਲ ਪੁੱਛਣਾ ਚਾਹਨਾ, ਇਹ ਜਿਹੜੇ ਜਨਰਲ ਫੈਜ਼ ਹਮੀਦ ਸਾਹਿਬ ਵੀ ਫੜੇ ਗਏ ਜ਼ਾਹਿਰ ਇਹ ਤੁਸੀਂ ਜਿਹੜਾ ਨਾ ਉਹ ISPR ਔਰ ਸਾਰੇ ਮਾਮਲਾਤ ਵੀ ਤੱਕਦੇ ਰਹਿੰਦੇ ਹੋ, ਜ਼ਾਹਿਰ ਹੈ ਇੱਕ ਅਖਬਾਰ ਦੇ ਐਡੀਟਰ ਹੋ ਤੁਸੀਂ ਤੇ ਸਾਨੂੰ ਤੁਹਾਡੀ ਰਸਾਈ ਵੀ ਮੌਜੂਦ ਹੈ। ਤੇ ਇਮਰਾਨ ਖਾਨ ਨਾਲ ਕੀ ਹੋਣ ਜਾ ਰਿਹਾ ਹੈ ਤੇ ਜਨਰਲ ਫੈਜ਼ ਹਮੀਦ ਨਾਲ ਕੀ ਹੋਣ ਜਾ ਰਿਹਾ ਹੈ, ਇੱਕ ਸਾਫੀ ਕੀ ਕਹਿੰਦਾ? ਦੇਖੋ ਜੀ, ਜਿਹੜਾ ਇਸ ਵਕਤ ਸੂਰਤ ਹਾਲ ਹੈ ਨਾ, ਅਸੀਂ ਪਿਛਲੇ 60-70 ਸਾਲ ਤੋਂ ਇਸ ਪ੍ਰੋਸੀਜਰ ਤੋਂ ਗੁਜ਼ਰ ਰਹੇ ਹਾਂ। ਸਾਨੂੰ ਬੜੀ ਸੋਚ ਵਿਚਾਰ ਦੀ ਜ਼ਰੂਰਤ ਹੈ। ਸਾਨੂੰ ਆਪਣੀ ਡਾਇਰੈਕਸ਼ਨ ਠੀਕ ਕਰਨੀ ਪਏਗੀ। ਸਾਨੂੰ ਜਿਹੜੇ ਸਾਡੇ ਆਪਣੇ ਇਦਾਰੇ ਜਿਹੜੇ ਉਹਨਾਂ ਸਾਰਿਆਂ ਇਦਾਰਿਆਂ ਨੂੰ ਇਸ ਮੁਲਕ ਦੀ ਤਾਮੀਰ ਅਤੇ ਤਰੱਕੀ ਆਪਣਾ ਪੋਜ਼ੀਟਿਵ ਰੋਲ ਦੇਣਾ ਪਏਗਾ ਔਰ ਹਰ ਇਦਾਰੇ ਨੂੰ ਆਪਣੇ ਡੋਮੇਨ ਵਿੱਚ ਕੰਮ ਕਰਨਾ ਪਏਗਾ। ਠੀਕ ਹੈ, ਜੇ ਤੁਸੀਂ ਡੋਮੇਨ ਤੋਂ ਬਾਹਰ ਜਾਓਗੇ
ਤਾਂ ਮਸਾਇਲ ਤੇ ਮੁਸ਼ਕਿਲਾਤ ਤੇ ਪੈਦਾ ਹੋਣਗੀ, ਠੀਕ ਹੈ ਜੀ। ਤੇ ਮੇਰੇ ਖਿਆਲ 'ਚ ਇਹ ਉਸੇ ਸਿਲਸਿਲੇ ਦੀ ਇੱਕ ਕੜੀ ਹੈ ਔਰ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਬਹੁਤ ਸ਼ੁਕਰੀਆ ਜਾਵੇਦ ਇਕਬਾਲ, ਅੱਜ ਸਾਡੇ ਨਾਲ ਸਨ। ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੈਂ ਸਮਝਦਾ ਇਹ ਡਾਕੂਮੈਂਟਡ ਜਿਹਾ ਪ੍ਰੋਗਰਾਮ ਹੋ ਗਿਆ ਹੈ ਔਰ ਇਹਦੇ 'ਚ ਅਸੀਂ ਥੋੜ੍ਹਾ ਘੱਟ ਵਰਤਿਆ ਤੇ ਅਸੀਂ ਲੋਕਾਂ ਨੂੰ ਇਨਫੋਰਮੇਸ਼ਨ ਦਿੱਤੀ ਹੈ। ਆਪਣੇ ਯਾਰ ਆਪਣੇ ਬੇਲੀ ਅਮਲ ਲਤੀਫ ਨੂੰ ਦਿਓ ਇਜਾਜ਼ਤ। ਅੱਲਾ ਰਾਖਾ।